ਅੰਦਾਜ਼ਾ ਲੱਗ ਰਿਹਾ ਵਾ ਕਿ ਸ਼ਾਇਦ ਜਿਹੜੀਆਂ 2024 ਦੀਆਂ ਚੋਣਾਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ। ਕਿ ਇਹ ਤੁਸੀਂ ਵੇਖੋ ਸੈਸ਼ਨ ਹਾਲੇ ਪਿਛਲੇ ਮਹੀਨੇ ਮੁਕਾਇਆ ਵਾ ਤੇ ਉਹਦੇ ਵਿੱਚ ਕੋਈ ਇਹੋ ਜਿਹੇ ਕਿਹੜੇ ਪੁਆਇੰਟਸ ਆ ਜਿਹੜੇ ਨਹੀਂ ਇਹਨਾਂ ਨੇ ਚੁੱਕੇ ਤੇ ਉਸ ਵੇਲੇ ਕੋਈ ਖੱਪ ਨਾ ਪੈ ਜਾਏ, ਇਸ ਕਰਕੇ ਇਹਨਾਂ ਨੇ ਉਹ ਚੁੱਪ ਰਹੇ। ਫਿਰ ਮਿਸਰਾ ਜੀ ਰਿਟਾਇਰ ਹੋ ਰਹੇ 15 ਨੂੰ। ਓਕੇ, ਤੇ ਉਹਦੇ ਬਾਅਦ ਦੂਸਰੀ ਗੱਲ ਇਹ ਹੈ ਕਿ ਇਹਨਾਂ ਨੇ 13 ਦੀ ਡੇਟ ਕਿਉਂ ਚੁੱਕੀ ਹੈ ਜੀ। ਜੇ ਇੱਕ ਇਲੈਕਸ਼ਨ ਹੋਈ ਵਨ ਨੇਸ਼ਨ ਵਨ ਪੋਲ ਤੇ ਇੱਕ ਤੇ ਇਹ ਵੀ ਹੋ ਸਕਦਾ ਵਾ ਕਿ ਫਿਰ ਜਿਵੇਂ ਪੰਜਾਬ ਦੇ ਵਿੱਚ ਹਾਲੀ ਸਰਕਾਰ ਨੂੰ ਸਿਰਫ 1.5 ਸਾਲ ਹੋਇਆ, ਫਿਰ ਇੱਥੇ ਵੀ ਦੁਬਾਰਾ ਇਲੈਕਸ਼ਨ ਹੋ ਸਕਦੀ, ਤੁਹਾਨੂੰ ਲੱਗਦਾ? ਬਿਲਕੁਲ ਇਸੇ ਕਰਕੇ ਤੇ ਕਹਿੰਦੇ ਹਨ ਕਿਉਂਕਿ ਤੁਸੀਂ ਆਪਣਾ ਜਿਹੜਾ ਗਵਰਨਰ ਆਪਣਾ ਪੰਜਾਬ ਦਾ ਜਿਹੜਾ ਹੈਗਾ ਉਹ ਪਹਿਲਾਂ ਹੀ ਇਸ਼ਾਰਾ ਕਰਨ ਡਿਆ ਵਾ ਕਿ ਰਾਸ਼ਟਰਪਤੀ ਠੀਕ ਨਹੀਂ ਚੱਲ ਰਹੇ, ਪੁਰਾਣਾ ਨਹੀਂ ਕਰ ਰਿਹਾ। ਉਹਦੇ ਵਿੱਚ ਸਰ ਮੈਨੂੰ ਏਦਾਂ ਲੱਗਦਾ ਵੀ ਮਲਹੋਤਰਾ ਜੀ ਸਾਹਿਬ ਦੀ ਗੱਲ ਦੇ ਵਿੱਚ ਮੈਨੂੰ ਥੋੜਾ ਜਿਹਾ ਦਮ ਲੱਗਦਾ। ਬਿਲਕੁਲ ਇਹ ਚੀਜ਼ ਹੋ ਸਕਦੀ ਹੈ ਕਿਉਂਕਿ ਤਦੇ ਇਹ ਕਾਲੇ ਪਏ ਹੋ ਆ। ਔਰ ਜੇ ਸਰ ਮੰਨ ਲਓ ਤੁਸੀਂ ਜੇ ਚੋਣਾਂ ਹੁੰਦੀਆਂ, ਮੰਨ ਲਓ ਇੱਕ ਸੰਵਿਧਾਨ ਰੱਖ ਕੇ ਸਾਰੇ ਭਾਈ ਚੋਣਾਂ ਕਰਾਉਣਾ ਚਾਹੁੰਦੇ ਆ, ਉਹਦੇ ਵਿੱਚ ਜਿਹੜੀਆਂ ਸਟੇਟਾਂ ਦੇ ਵਿੱਚ ਪਹਿਲਾਂ ਚੋਣਾਂ ਹੋਈਆਂ, ਮੰਨ ਲਓ ਪੰਜਾਬ ਦੇ ਵਿੱਚ, ਉਹਦੇ ਵਿੱਚ ਤਾਂ ਇਹ ਸਿੱਧਾ ਸਰ ਬਈ ਲੋਕਤੰਤਰ ਦੀ ਹੱਤਿਆ। ਪਰ ਅਕਾਲੀ ਦਲ ਨੇ ਤੇ ਵੈਲਕਮ ਕੀਤਾ ਵੀ ਜੇ ਇੱਕ ਮੁਲਕ ਇੱਕ ਦੇਸ਼ ਇੱਕ ਚੋਣ ਹੋਵੇ ਤੇ ਬਹੁਤ ਵਧੀਆ। ਅਕਾਲੀ ਦਲ ਦਾ ਹੁਣ ਪੈਤਰਾ ਇਹੀ ਹੈ ਵੀ ਜਾਂ ਬੀਜੇਪੀ ਦੇ ਨਾਲ ਉਹਨਾਂ ਨੇ ਪੰਜਾਬ ਦੇ ਵਿੱਚ ਚੋਣ ਲੜਨੀ ਹੈ ਤਾਂ ਤੈਅ ਹੀ ਆ ਸਰ, ਉਹਨਾਂ ਤੋਂ ਹੋਰ ਆਪਸ਼ਨ ਹੈ ਨਹੀਂ। ਆਪਰੇਸ਼ਨ ਥੀਏਟਰ 'ਚ ਲੈ ਗਏ ਬੰਦੇ ਨੂੰ ਤੇ ਬੇਹੋਸ਼ ਕਰਨਾ ਹੀ ਐਨਸਥੀਸੀਆ ਨਾਲ ਹੋਵੇ ਨਾ, ਤੇ ਉਹਨਾਂ ਕਿਹਾ ਮੈਨੂੰ ਟੀਕਾ ਲਾ ਦਿਓ ਰੀੜ ਦੀ ਹੱਡੀ 'ਚ ਜੈਸਿਕੇਨ ਵਗੈਰਾ ਦਾ। ਤੇ ਉਹਨੇ ਟੀਕਾ ਲਾਇਆ ਤੇ ਉਹਨੇ ਚੀਕਾਂ ਇੰਨੀਆਂ ਕੁ ਮਾਰੀਆਂ ਵੀ ਸਾਰਾ ਆਪਰੇਸ਼ਨ ਥੀਏਟਰ ਸਿਰ ਤੇ ਚੁੱਕਣਾ ਲਿਆ। ਤੇ ਇੱਕ ਲਾਗੋ ਨਾ ਉਹਨੂੰ ਕਲਾਸ 3rd ਜਾਂ 4th ਸੀ, ਉਹ ਕਹਿੰਦਾ ਅਭੀ तो लगा है टीका तो रोता है क्यों, अभी तो देख आगे 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 होता है क्या। ਆਹ ਬਿੱਲ ਪੇਸ਼ ਕਰਨ ਦੀ ਕਰਦੇ ਆ ਵੀ ਇੱਕ ਚੋਣਾਂ ਇੱਕ ਨੇਸ਼ਨ ਤੇ ਹੋਰ ਸਾਰੀਆਂ ਹੋ ਜਾਣ ਇਕੱਠੀਆਂ, ਵੀ ਇਹਨਾਂ ਨੂੰ ਪੁੱਛਣ ਵਾਲਾ ਵੀ ਸੰਧੂ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਹੈਂਡਲ ਕਰ ਲੈਣਗੇ ਇਹ ਜਿਹੜੀਆਂ ਅੱਜ 1.5 ਸਾਲ ਬਣੀਆਂ ਨਾ, ਮਤਲਬ ਸਾਡਾ ਫਿਰ ਜਾਇਆ ਪੈਸਾ ਤੇ ਇੱਥੇ ਹੀ ਲੱਗ ਜਾਊ। ਮੈਨੂੰ ਨਹੀਂ ਲੱਗਦਾ ਇਹ ਜਿਹਾ, ਮੇਰਾ ਤਾਂ ਖਿਆਲ ਇਹ ਸਾਰੇ ਅਟਕਲ ਪੱਚੂ ਹੈ, ਇਹ ਘਬਰਾਏ ਹੋਏ ਆ। ਸੈਸ਼ਨ ਪਹਿਲਾਂ ਸੱਦ ਰਹੇ ਆ, ਹਾਲਾਂਕਿ ਮੇਰਾ ਖਿਆਲ ਬੈਂਟਰ ਸੈਸ਼ਨ ਨੇੜੇ ਹੀ ਆ ਰਿਹਾ, ਚੋਣਾਂ ਤੋਂ ਪਹਿਲਾਂ ਇੱਕ ਵਾਰੀ ਹੋਊਗਾ ਲਾਜ਼ਮੀ, ਰਾਈਟ। ਪੂਰਨ ਸਿੰਘ ਦਾ ਕਿਹਾ ਸੀ ਨਾ ਚੁੱਕੋ ਕੋਕਾ ਲੰਮੀ ਕਹਾਣੀ ਹੈ, ਮੈਂ ਕਹਿ ਰਿਹਾ ਉਹ ਕਾਰਿਓ ਤੁਹਾਡਾ ਵੀ ਕੋਕਾ ਚੱਕਿਆ ਦਾ। ਮੋਦੀ ਸਾਹਿਬ ਜਿੱਥੇ ਮਰਜੀ ਭੱਜ ਰਹੇ ਨੇ, ਇਹਨਾਂ ਦੀ ਹਾਰ ਹੋਣੀ ਅੱਜ ਦੀ ਡੇਟ ਤੁਸੀਂ ਨੋਟ ਕਰ ਲਓ। ਔਰ ਚੋਣਾਂ ਦਾ ਵਾ ਦੇਖੋ ਬੀਜੇਪੀ ਨੇ ਕਿਹੜੇ ਹੱਥ ਕੰਡੇ ਅਪਣਾਏ, ਮਹੀਨਾ 2 ਮਹੀਨੇ ਉਹਨਾਂ ਦਾ ਮੇਰ ਨੇ ਇਹਨਾਂ ਨੇ ਬੰਦ ਤਾਂ ਯਾਰ ਹੈ ਨਾ, ਅਰਬਾਂ ਖਰਬਾਂ ਰੁਪਈਆ ਦੇ ਦੇਣ ਤੇ ਮੁੜ ਕੇ ਸਾਲ ਬਾਅਦ ਸਰਕਾਰ ਟੁੱਟ ਜੇ ਕੇਂਦਰ ਦੀ ਤੇ ਅਸੈਂਬਲੀਆਂ ਆਪੇ ਟੁੱਟ ਗਈਆਂ। ਉਹ ਨਹੀਂ, ਇਸ ਤਰ੍ਹਾਂ ਜੀ 1967 ਤੋਂ ਪਹਿਲਾਂ ਇਕੱਠੀਆਂ ਇਲੈਕਸ਼ਨ ਹੁੰਦੀ ਸੀ, ਪਰ ਉਦੋਂ ਕੀ ਹੁੰਦਾ ਸੀ ਵੀ ਜਿਹੜਾ ਜਿੰਨਾ ਟਾਈਮ ਰਹਿ ਗਿਆ ਨਾ ਉਨੀ ਟਾਈਮ ਵਾਸਤੇ ਦੁਬਾਰਾ ਇਲੈਕਸ਼ਨਾਂ ਹੁੰਦੀਆਂ ਸੀ। ਨਹੀਂ, ਪਰ ਗੱਲ ਇਹ ਨਾ ਵੀ ਉਦੋਂ ਜਿਹੜਾ ਬੰਦਾ ਉਦੋਂ ਸਕੰਜਵੀ ਦਾ ਗਲਾਸ ਪੀ ਕੇ ਵੋਟ ਪਾਉਂਦਾ ਸੀ ਨਾ, ਉਹ ਹੁਣ ਬਲੈਕ ਡੌਗ ਦੀ ਬੋਤਲ ਪਾ ਕੇ ਪੀਂਦਾ। ਠੀਕ ਹੈ ਨਾ। ਉਦੋਂ ਲੋਕੀ ਬੱਸਾਂ ਦੇ ਵਿੱਚ 1 2 3 ਸੀਟਾਂ ਤੇ ਲਿਖਿਆ ਹੁੰਦਾ ਸੀ MLA ਵਾਸਤੇ ਤੇ MP ਵਾਸਤੇ ਜੀ, ਤੇ ਹੁਣ ਹਾਰਿਆ ਹੋਇਆ MLA ਵੀ ਹੋਵੇ ਤੇ ਉਹਦੇ ਨਾਲ 5 ਗੱਡੀਆਂ ਹੁੰਦੀਆਂ। ਓਕੇ, ਉਹਨੂੰ ਹਲਕਾ ਇੰਚਾਰਜ ਬਣਾਇਆ ਹੁੰਦਾ। ਹਲਕਾ ਇੰਚਾਰਜ ਕਰਦਾ, ਹਲਕਿਆ ਇੰਚਾਰਜ ਹੁੰਦਾ ਉਹ। ਨਮਸਕਾਰ, ਅਸਲਾਮੁਅਲੈਕਮ, ਸਤਿ ਸ੍ਰੀ ਅਕਾਲ। ਮੈਂ ਹਾਂ ਕਮਰ ਸੰਧੂ। ਇਸ ਵੇਲੇ ਨਾਰਥ ਅਮਰੀਕਾ 'ਚ ਹੈ ਸ਼ੁੱਕਰਵਾਰ ਦੀ ਸ਼ਾਮ, ਭਾਰਤ 'ਚ ਸ਼ਨੀਚਰਵਾਰ ਦੀ ਸਵੇਰ, ਨਾਨਕਸ਼ਾਹੀ ਸੰਮਤ 555 ਭਾਦੋਂ ਦੀ 17 ਤਰੀਕ ਹੈ। ਔਰ ਤੁਸੀਂ ਦੇਖ ਰਹੇ ਜੇ ਹੈਲੋ ਗਲੋਬਲ ਪੰਜਾਬ, ਜੋ ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਤੇ ਇਸ ਵੇਲੇ ਲਾਈਵ ਟੈਲੀਕਾਸਟ ਹੈ। ਅਸੀਂ ਇਸ ਵੇਲੇ ਗਲੋਬਲ ਪੰਜਾਬ ਟੀਵੀ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਲਾਈਵ ਹਾਂ, ਮੇਰੇ ਨਿੱਜੀ ਫੇਸਬੁੱਕ ਪੇਜ ਉੱਪਰ ਵੀ ਲਾਈਵ ਹਾਂ। OTT ਪਲੇਟਫਾਰਮ Jio TV ਤੇ ਡੇਲੀ ਹੰਟ ਉੱਪਰ ਵੀ ਇਸ ਸ਼ੋਅ ਨੂੰ ਤੁਸੀਂ ਦੇਖ ਸਕਦੇ ਜੇ। ਕਾਲ ਇਨ ਸ਼ੋਅ ਆ, ਤੁਸੀਂ ਕਾਲ ਕਰ ਸਕਦੇ ਜੇ। ਔਰ ਕਾਲ ਕਰਨ ਵਾਸਤੇ ਜਿਹੜਾ ਨੰਬਰ ਹੈ ਤੁਹਾਡੀ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ। ਫੇਸਬੁੱਕ ਦੇ ਕਮੈਂਟਸ ਜਿਹੜੇ ਨੇ ਉਹ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰੂੰਗਾ। ਇਸ ਪ੍ਰੋਗਰਾਮ 'ਚ ਆਪਾਂ ਜਿਹੜੇ ਬਰਨਿੰਗ ਇਸ਼ੂਜ਼ ਆ, ਇੰਪੋਰਟੈਂਟ ਮਸਲੇ ਆ, ਮੁਲਕ ਦੇ ਅੰਤਰਰਾਸ਼ਟਰੀ ਮਸਲੇ ਜਾਂ ਸੂਬੇ ਦੇ ਮਸਲੇ, ਉਹਨਾਂ ਤੇ ਡਿਸਕਸ਼ਨ ਕਰਦੇ ਹਾਂ।
ਅੱਜ ਆਪਾਂ ਗੱਲ ਕਰਾਂਗੇ ਜਿਹੜਾ ਸੰਸਦ ਦਾ ਭਾਜਪਾ ਸਰਕਾਰ ਨੇ ਸਪੈਸ਼ਲ ਇਜਲਾਸ ਸਤੰਬਰ 18 ਤੋਂ ਸੱਦਿਆ। ਇਹ 5 ਦਿਨਾਂ ਦਾ ਇਜਲਾਸ ਜਿਹੜਾ ਵਾ ਇਹਦਾ ਐਲਾਨ 2 ਦਿਨ ਪਹਿਲਾਂ ਹੋਇਆ। ਇਸ ਸੈਸ਼ਨ ਦੇ ਵਿੱਚ ਐਗਜ਼ੈਕਟਲੀ ਕੀ ਕੀਤਾ ਜਾਊਗਾ, ਇਹਦਾ ਏਜੰਡਾ ਕੀ ਹੋਊਗਾ, ਉਹਦੇ ਬਾਰੇ ਕੋਈ ਕਲੈਰਿਟੀ ਨਹੀਂ, ਸਫਾਈ ਨਹੀਂ, ਲੇਕਿਨ ਹਰ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਨੇ। ਅੱਜ ਆਪਾਂ ਗੱਲ ਕਰਾਂਗੇ ਕਿ ਤੁਹਾਡੇ ਮੁਤਾਬਕ, ਆਪਣੇ ਮੁਤਾਬਕ ਇਹ ਸਪੈਸ਼ਲ ਸੈਸ਼ਨ ਕਿਉਂ ਸੱਦਿਆ ਗਿਆ ਵਾ। ਇਹ ਵੀ ਦੱਸਿਆ ਗਿਆ ਵਾ ਜਾਂ ਇਹਦੇ ਬਾਰੇ ਵੀ ਸ਼ਾਇਦ ਵਿਚਾਰ ਚਰਚਾ ਹੋ ਰਹੀ ਆ ਕਿ ਨਵਾਂ ਸੈਸ਼ਨ ਜਿਹੜਾ ਵਾ ਇਹ ਜਿਹੜੀ ਨਵੀਂ ਬਿਲਡਿੰਗ ਆ, ਇਹ ਸਪੈਸ਼ਲ ਸੈਸ਼ਨ ਨਵੀਂ ਬਿਲਡਿੰਗ ਦੇ ਵਿੱਚ ਹੋਵੇਗਾ। ਪਰ ਉਹਦੇ ਵਾਸਤੇ ਫਿਰ ਸਪੈਸ਼ਲ ਸੈਸ਼ਨ ਕਿਉਂ? ਕਿਉਂਕਿ ਵਿੰਟਰ ਸੈਸ਼ਨ ਜਿਹੜਾ ਵਾ ਉਹ ਨਾਰਮਲੀ ਦਸੰਬਰ ਜਨਵਰੀ 'ਚ ਹੁੰਦਾ ਵਾ, ਉਹ ਨਵੀਂ ਬਿਲਡਿੰਗ ਦੇ ਵਿੱਚ ਹੋ ਸਕਦਾ ਸੀ। ਸੋ ਕੀ ਇਹ ਸਪੈਸ਼ਲ ਸੈਸ਼ਨ ਜਿਹੜਾ ਵਾ ਇਹਦੇ ਵਾਸਤੇ ਕੋਈ ਖਾਸ ਸਪੈਸ਼ਲ ਏਜੰਡਾ ਤਿਆਰ ਕੀਤਾ ਜਾ ਰਿਹਾ ਵਾ? ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਜਿਹੜਾ ਵਿਰੋਧੀ ਧਿਰਾਂ ਦੀ ਜਿਹੜੀ ਏਕਤਾ ਸਾਹਮਣੇ ਆ ਰਹੀ ਆ, ਜਿਹੜੀ ਹੋ ਰਹੀ ਆ, ਹੋਣ ਜਾ ਰਹੀ ਆ, ਉਹਦੇ ਤੋਂ ਸਰਕਾਰ ਜਿਹੜੀ ਆ ਉਹ ਬੁਖਲਾ ਗਈ ਆ ਔਰ ਉਹ ਆਪਣੇ ਹੱਕ ਦੇ ਵਿੱਚ ਖਬਰਾਂ ਪੈਦਾ ਕਰਨ ਵਾਸਤੇ ਇਹ ਸਭ ਕੁਝ ਕਰ ਰਹੀ ਹੈ। ਮੋਦੀ, ਅਦਾਨੀ ਜਿਹੜੇ ਕਪੜੇ ਸਾਹਮਣੇ ਆ ਰਹੇ ਨੇ, ਉਹਨਾਂ ਤੋਂ ਵੀ ਧਿਆਨ ਹਟਾਉਣ ਵਾਸਤੇ ਇਹ ਸਪੈਸ਼ਲ ਸੈਸ਼ਨ ਸੱਦਿਆ ਜਾ ਰਿਹਾ ਵਾ। ਇਹ ਵੀ ਅਰਕਣ ਲੱਗ ਰਹੀਆਂ ਵਾ ਕਿ ਹੋ ਸਕਦਾ ਵਾ ਵਨ ਨੇਸ਼ਨ ਵਨ ਇਲੈਕਸ਼ਨ, ਇੱਕ ਮੁਲਕ ਇੱਕ ਚੋਣ, ਇੱਕ ਸਮੇਂ ਤੇ ਚੋਣਾਂ ਹੋਣ। ਹੁਣ ਇਸ ਵੇਲੇ ਲੋਕ ਸਭਾ ਚੋਣਾਂ ਵੱਖਰੀਆਂ, ਵਿਧਾਨ ਸਭਾ ਦੀਆਂ ਵੱਖਰੀਆਂ ਸਟੇਟਾਂ ਦੀਆਂ ਜਿਹੜੀਆਂ ਚੋਣਾਂ ਵਾ ਉਹ ਹੋਰ ਸਮੇਂ 'ਚ ਹੁੰਦੀਆਂ। 1967 ਤੋਂ ਪਹਿਲਾਂ ਇਹ ਇਕੱਠੀਆਂ ਹੁੰਦੀਆਂ ਸੀ। ਸੋ ਕੀ ਵਨ ਨੇਸ਼ਨ ਵਨ ਪੋਲ, ਇਹਦੇ ਵੱਲ ਅਸੀਂ ਦੁਬਾਰਾ ਜਾ ਰਹੇ ਹਾਂ ਔਰ ਇਹ ਸਾਰੇ ਫੈਸਲੇ ਜਿਹੜੇ ਨੇ ਇਸ ਸਪੈਸ਼ਲ ਇਜਲਾਸ ਲਏ ਜਾਣਗੇ। ਇਹ ਇਸ ਕਰਕੇ ਗੱਲ ਹੋ ਰਹੀ ਹੈ ਕਿਉਂਕਿ ਸਰਕਾਰ ਨੇ ਇੱਕ ਸਪੈਸ਼ਲ ਕਮੇਟੀ ਦਾ ਗਠਨ ਕੀਤਾ ਵਾ। ਜਿਹੜੇ ਪੁਰਾਣੇ ਰਾਸ਼ਟਰਪਤੀ ਸਨ ਰਾਮਨਾਥ ਕੋਵਿੰਦ, ਉਹਨਾਂ ਦੇ ਪ੍ਰਧਾਨਗੀ ਹੇਠ ਇੱਕ ਨਵੀਂ ਕਮੇਟੀ ਦਾ ਗਠਨ ਹੋਇਆ ਵਾ। ਵੈਸੇ ਇਹ ਮਸਲਾ ਜਿਹੜਾ ਵਾ ਇਹ ਲਾਅ ਕਮਿਸ਼ਨ ਦੀ ਵਿਚਾਰਾਧੀਨ ਹੈਗਾ ਵਾ, ਪਰ ਫਿਰ ਵੀ ਕਿਉਂਕਿ ਇੱਕ ਨਵੀਂ ਕਮੇਟੀ ਦਾ ਗਠਨ ਹੁਣੇ ਕੀਤਾ ਗਿਆ ਵਾ, ਸੋ ਸ਼ਾਇਦ ਇਸ ਸੈਸ਼ਨ ਦੇ ਵਿੱਚ ਇਹਦੇ ਬਾਰੇ ਵੀ ਕੋਈ ਫੈਸਲਾ ਲਿਆ ਜਾ ਸਕਦਾ ਕਿ ਚੋਣਾਂ ਲੋਕ ਸਭਾ ਦੀਆਂ ਤੇ ਸਟੇਟਾਂ ਦੀਆਂ ਇਕੱਠੀਆਂ ਹੋਣ। ਕਿਉਂਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਲਮੋਸਟ 10 ਸਟੇਟਾਂ ਦੀਆਂ ਚੋਣਾਂ ਜਾਂ ਉਹਨਾਂ ਦੇ ਨਾਲ 10 ਸਟੇਟਾਂ ਦੀਆਂ ਚੋਣਾਂ ਹੋਣੀਆਂ ਵਾ। ਇਹ ਵੀ ਅੰਦਾਜ਼ਾ ਲੱਗ ਰਿਹਾ ਵਾ ਵੀ ਇਹਦੇ ਤੇ ਕੋਈ ਨਾ ਕੋਈ ਫੈਸਲਾ ਹੋ ਸਕਦਾ ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ, ਉੱਥੇ ਭਾਜਪਾ ਦੀ ਸਰਕਾਰ ਹੈ, ਮਨੋਹਰ ਲਾਲ ਖੱਟਰ, ਉਹਨਾਂ ਨੇ ਵਨ ਨੇਸ਼ਨ ਵਨ ਪੋਲ ਦਾ ਸਵਾਗਤ ਕੀਤਾ ਵਾ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਗੱਲ ਦਾ ਸਵਾਗਤ ਕੀਤਾ ਵਾ। ਇੱਕ ਹੋਰ ਅੰਦਾਜ਼ਾ ਲੱਗ ਰਿਹਾ ਵਾ ਕਿ ਸ਼ਾਇਦ ਜਿਹੜੀਆਂ 2024 ਦੀਆਂ ਚੋਣਾਂ ਵਾ ਸਮੇਂ ਤੋਂ ਪਹਿਲਾਂ ਹੋ ਸਕਦੀਆਂ। 2019 ਦੇ ਵਿੱਚ ਇਹ ਚੋਣਾਂ ਅਪ੍ਰੈਲ ਮਈ 'ਚ ਹੋਈਆਂ ਸੀ, ਸੋ ਹੁਣ ਵੀ ਹਾਲੀ 6 ਮਹੀਨੇ ਪਏ ਹੈ 2024 ਦੀਆਂ ਚੋਣਾਂ ਨੂੰ। ਕੀ ਉਹ ਸਮੇਂ ਤੋਂ ਪਹਿਲਾਂ ਚੋਣਾਂ ਹੋਣਗੀਆਂ? ਕਿਉਂਕਿ ਇਸ ਵੇਲੇ ਭਾਜਪਾ ਨੂੰ ਲੱਗਦਾ ਵਾ ਕਿ ਹਾਲੀ ਆਪੋਜੀਸ਼ਨ ਯੂਨਿਟੀ ਹੋਈ ਨਹੀਂ ਔਰ ਲੋਕਾਂ ਦੀ ਰਾਏ ਸਰਕਾਰ ਦੇ ਹੱਕ ਦੇ ਵਿੱਚ ਆ। ਸੋ ਜੇ ਰਾਮ ਮੰਦਿਰ ਦੀ ਇਨੋਗਰੇਸ਼ਨ ਜਿਹੜੀ ਆ ਉਹ ਜਨਵਰੀ ਫਰਵਰੀ 'ਚ ਹੁੰਦੀ ਹੈ ਤੇ ਹੋ ਸਕਦਾ ਚੋਣਾਂ ਵੀ ਉਹਦੇ ਨਾਲ ਹੀ ਕਰਾਈਆਂ ਜਾਣ। ਨਵੀਂ ਗੱਲ ਨਹੀਂ, ਚੋਣਾਂ ਪਹਿਲੇ ਸਮੇਂ ਤੋਂ ਪਹਿਲਾਂ ਅੱਗੇ ਵੀ 6-7 ਵਾਰੀ ਹੋਈਆਂ ਵਾ ਔਰ ਦੁਬਾਰਾ ਵੀ ਇਹ ਹੋ ਸਕਦੀਆਂ ਵਾ। 2019 ਜਦੋਂ ਚੋਣਾਂ ਹੋਈਆਂ ਸੀ 7 ਫੇਜ਼ਸ ਦੇ ਵਿੱਚ ਇਹ ਚੋਣਾਂ ਅਪ੍ਰੈਲ ਮਈ ਦੇ ਵਿੱਚ ਹੋਈਆਂ ਸੀ। ਯੂਨੀਫਾਰਮ ਸਿਵਲ ਕੋਡ ਦੇ ਉੱਪਰ ਵੀ ਡਿਸਕਸ਼ਨ ਹੋ ਸਕਦੀ ਆ, ਵਿਮਨਸ ਬਿੱਲ ਵੀ ਲਿਆਂਦਾ ਜਾ ਸਕਦਾ ਵਾ, ਉਹਦੇ ਉੱਪਰ ਵੀ ਡਿਸਕਸ਼ਨ ਹੋ ਸਕਦੀ ਆ। ਹਾਲਾਂਕਿ ਆਰਜੇਡੀ ਸਮੇਤ ਕੁਝ ਪਾਰਟੀਆਂ ਉਹਦਾ ਵਿਰੋਧ ਵੀ ਕਰ ਰਹੀਆਂ ਵਾ। ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਮੋਦੀ ਹੇਠ, ਉਹਨਾਂ ਦੀ ਪ੍ਰਧਾਨਗੀ ਹੇਠ ਜੋ ਅੰਤਰਰਾਸ਼ਟਰੀ ਪੱਧਰ ਤੇ ਜੋ ਇਸ ਵੇਲੇ ਰੁਤਬਾ ਬਣਿਆ ਵਾ, ਉਹਦੇ ਤੇ ਮਤਾ ਵੀ ਪਾਸ ਕੀਤਾ ਜਾ ਸਕਦਾ ਵਾ। ਔਰ ਜਿਹੜਾ ਆਪਣੇ ਇਸਰੋ ਦੀ ਜਿਹੜੀ ਬਹੁਤ ਵੱਡੀ ਪ੍ਰਾਪਤੀ ਆ, ਜਿਹੜਾ ਚੰਦਰਮਾ ਦੇ ਉੱਪਰ ਜਿਹੜਾ ਅਸੀਂ ਸਪੇਸ ਕ੍ਰਾਫਟ ਭੇਜਿਆ ਵਾ, ਉਹਦੇ ਹੱਕ ਦੇ ਵਿੱਚ, ਸਰਕਾਰ ਦੇ ਹੱਕ ਦੇ ਵਿੱਚ, ਮੋਦੀ ਸਰਕਾਰ ਦੇ ਹੱਕ ਦੇ ਵਿੱਚ ਉਹਦੇ 'ਚ ਮਤਾ ਵੀ ਪਾਸ ਕੀਤਾ ਜਾ ਸਕਦਾ ਵਾ। ਕੁਝ ਪਾਰਟੀਆਂ ਨੇ ਕਿਹਾ ਵਾ ਕਿ ਇਹ ਸਪੈਸ਼ਲ ਸੈਸ਼ਨ ਨੂੰ ਰੀਸ਼ਡਿਊਲ ਕਰਨਾ ਚਾਹੀਦਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ 18 ਸਤੰਬਰ ਤੋਂ ਜਿਹੜਾ 5 ਦਿਨਾਂ ਦਾ ਇਹ ਦੋਵਾਂ ਹਾਊਸ ਦਾ ਸੈਸ਼ਨ ਹੋਣਾ ਵਾ, ਉਹਨਾਂ ਦਿਨਾਂ 'ਚ ਗਣੇਸ਼ ਚਤੁਰਥੀ ਫੈਸਟੀਵਲ ਵੀ ਹੈ। ਸੋ ਚਾਹੁੰਦੇ ਨੇ ਕਿ ਇਹਦੀਆਂ ਡੇਟਾਂ ਹੋਰ ਰੱਖੀਆਂ ਜਾਣ। ਸੋ ਤੁਹਾਨੂੰ ਕੀ ਲੱਗਦਾ ਵਾ ਕਿ ਇਹ ਸਪੈਸ਼ਲ ਸੈਸ਼ਨ ਕਿਉਂ ਸੱਦਿਆ ਗਿਆ? ਦੇਖਦੇ ਸਾਡੇ ਪਹਿਲੇ ਕਾਲਰ ਕੀ ਕਹਿਣਾ ਚਾਹੁੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਲਹੋਤਰਾ ਜੀ। ਸ਼ਾਇਦ ਤੁਸੀਂ ਕੱਲ ਇਸ ਮਸਲੇ ਬਾਰੇ ਗੱਲ ਕਰਨੀ ਚਾਹੁੰਦੇ ਸੀ ਕਿ ਮੈਂ ਕਿਹਾ ਸੀ ਵੀ ਅੱਜ ਲੈ ਕੇ ਆਵਾਂਗੇ ਇਹ ਮਸਲਾ। ਕੀ ਲੱਗਦਾ ਵਾ ਕਿਉਂ ਸਪੈਸ਼ਲ ਸੈਸ਼ਨ ਸੱਦਿਆ ਗਿਆ? ਹਾਂਜੀ, ਅਰਜ਼ ਇਹ ਹੈ ਜੀ ਕਿ ਇਹ ਤੁਸੀਂ ਵੇਖੋ ਸੈਸ਼ਨ ਹਾਲੇ ਪਿਛਲੇ ਮਹੀਨੇ ਮੁਕਾਇਆ ਵਾ ਤੇ ਉਹਦੇ ਵਿੱਚ ਕੋਈ ਇਹੋ ਜਿਹੇ ਕਿਹੜੇ ਪੁਆਇੰਟਸ ਆ ਜਿਹੜੇ ਨਹੀਂ ਇਹਨਾਂ ਨੇ ਚੁੱਕੇ। ਓਕੇ, ਫਿਰ ਹੁਣ ਅਗਲੇ ਨਵੰਬਰ 'ਚ ਫੇਰ ਆ ਰਿਹਾ ਸੈਸ਼ਨ। ਜੇ ਕੋਈ ਇਹੋ ਜਿਹੀ ਗੱਲ ਰੈਗੂਲਰ ਵਾਲੀ ਹੈ ਤਾਂ ਉਹਦੇ ਵਿੱਚ ਹੀ ਚੁੱਕ ਸਕਦੇ ਸਨ, ਪਰ ਇਹਨਾਂ ਨੇ ਸਪੈਸ਼ਲ ਕਿਉਂ ਸੱਦਿਆ? 3-4 ਕਾਰਨ ਤੁਸੀਂ ਨੋਟ ਕਰੋ ਜੀ। ਇੱਕ ਤੇ ਸਭ ਨਾਲ ਪਹਿਲਾਂ ਇਹ ਹੈ ਕਿ ਇਸ ਵੇਲੇ
ਪ੍ਰੋਗਰਾਮ ਚੱਲਣ ਡਿਆ ਤੇ 9 ਤੋਂ 11 ਉਹ ਬਿਜ਼ੀ ਨੇ ਤੇ ਉਸ ਵੇਲੇ ਕੋਈ ਖੱਪ ਨਾ ਪੈ ਜਾਏ, ਇਸ ਕਰਕੇ ਇਹਨਾਂ ਨੇ ਉਹ ਚੁੱਪ ਰਹੇ। ਫਿਰ ਮਿਸਰਾ ਜੀ ਰਿਟਾਇਰ ਹੋ ਰਹੇ 15 ਨੂੰ। ਓਕੇ। ਤੇ ਉਹਦੇ ਬਾਅਦ ਦੂਸਰੀ ਗੱਲ ਇਹ ਹੈ ਕਿ ਇਹਨਾਂ ਨੇ 13 ਦੀ ਡੇਟ ਕਿਉਂ ਚੁੱਕੀ ਹੈ ਜੀ? 13 ਤੋਂ ਲੈ ਕੇ ਇਹਦੇ ਬਾਅਦ 5 ਦਿਨ ਵਾਸਤੇ ਸੈਸ਼ਨ ਕਿਉਂ ਬੁਲਾਇਆ ਜੀ? ਨਹੀਂ 18 ਤੋਂ ਸਤੰਬਰ 18 ਤੋਂ ਸੈਸ਼ਨ ਹੋ ਰਿਹਾ। 18 ਤੋਂ, ਕਿਉਂਕਿ 15 ਨੂੰ ਮਿਸਰਾ ਜੀ ਰਿਟਾਇਰ ਹੋ ਰਹੇ ਤੇ 18 ਤੋਂ ਬਾਅਦ ਹੈਗਾ। ਤੇ ਇਹਦਾ ਮਸਲਾ ਇਹ ਹੈ ਜੀ ਕਿ ਇਹਨਾਂ ਨੇ ਵਨ ਇਲੈਕਸ਼ਨ ਕਰਨਾ ਚਾਹੁੰਦੇ, ਖੱਪ ਨਾ ਪੈ ਜਾਏ, ਇਸ ਕਰਕੇ ਫੋਰਨਰ ਆ ਰਹੇ ਆ, ਉਸਲੇ ਸੜਕਾਂ ਦੇ ਲੋਕੀ ਬਾਹਰ ਨਾ ਆ ਜਾਣ। ਜੇ ਇੱਕ ਇਲੈਕਸ਼ਨ ਹੋਈ ਵਨ ਨੇਸ਼ਨ ਵਨ ਪੋਲ, ਤੇ ਇੱਕ ਤੇ ਇਹ ਵੀ ਹੋ ਸਕਦਾ ਵਾ ਕਿ ਫਿਰ ਜਿਵੇਂ ਪੰਜਾਬ ਦੇ ਵਿੱਚ ਹਾਲੀ ਸਰਕਾਰ ਨੂੰ ਸਿਰਫ 1.5 ਸਾਲ ਹੋਇਆ, ਫਿਰ ਇੱਥੇ ਵੀ ਦੁਬਾਰਾ ਇਲੈਕਸ਼ਨ ਹੋ ਸਕਦੀ, ਤੁਹਾਨੂੰ ਲੱਗਦਾ? ਬਿਲਕੁਲ ਇਸੇ ਕਰਕੇ ਤੇ ਕਹਿੰਦੇ ਹਨ, ਕਿਉਂਕਿ ਤੁਸੀਂ ਆਪਣਾ ਜਿਹੜਾ ਗਵਰਨਰ ਆਪਣਾ ਪੰਜਾਬ ਦਾ ਜਿਹੜਾ ਹੈਗਾ ਉਹ ਪਹਿਲਾਂ ਹੀ ਇਸ਼ਾਰਾ ਕਰਨ ਡਿਆ ਵਾ ਕਿ ਰਾਸ਼ਟਰਪਤੀ ਠੀਕ ਨਹੀਂ ਚੱਲ ਰਹੇ, ਪੁਰਾਣਾ ਨਹੀਂ ਕਰ ਰਿਹਾ, 19-20 ਚੱਲਣ ਡਈ, ਇਸ ਕਰਕੇ ਨਜ਼ਰ ਹੀ ਆਣ ਡਿਆ। ਔਰ ਫਿਰ ਦੂਸਰੀ ਗੱਲ ਇੱਕ ਹੋਰ ਦੇਖੋ, ਨੋਟ ਕਰੋ ਸੰਧੂ ਸਾਹਿਬ, ਹੈਲੀਕਾਪਟਰ ਸਾਰੇ ਬੁੱਕ ਹੋ ਚੁੱਕੇ ਆ ਦਸੰਬਰ 'ਚ। ਉਹ ਕੀ ਕਾਰਨ ਹੈ? ਹੈਲੀਕਾਪਟਰ ਪਹਿਲਾਂ ਬੀਜੇਪੀ ਨੇ ਸਾਰੇ ਬੁੱਕ ਕਰ ਲਏ ਆ। ਸੋ ਤੁਹਾਨੂੰ ਲੱਗਦਾ ਵੀ ਦਸੰਬਰ 'ਚ ਇਲੈਕਸ਼ਨ ਹੋ ਸਕਦੀ ਹੈ, ਔਰ ਸਿਰਫ ਲੋਕ ਸਭਾ ਨਹੀਂ, ਸਟੇਟਾਂ ਦੀ ਇਲੈਕਸ਼ਨ ਵੀ ਹੋ ਸਕਦੀ ਹੈ? ਹਾਂਜੀ, ਹੋ ਸਕਦੀ ਹੈ। ਔਰ ਰਾਮ ਮੰਦਿਰ ਵੀ ਇਹਨਾਂ ਨੇ ਦਸੰਬਰ ਦੇ ਲਾਗੇ ਤੱਕ ਖੋਲ ਦੇਣਾ ਤਾਂ ਕਿ ਇਹ ਸਾਰਾ ਕੁਝ ਉਹਨਾਂ ਦਿਨਾਂ 'ਚ ਹੀ ਹੋ ਜਾਏ। ਮਿਹਰਬਾਨੀ, ਥੈਂਕ ਯੂ। ਮਲਹੋਤਰਾ ਜੀ ਦੇ ਵਿਚਾਰ ਤੁਸੀਂ ਸੁਣੀ ਲੈ ਜੇ ਵੀ ਇਲੈਕਸ਼ਨ ਸਮੇਂ ਤੋਂ ਪਹਿਲਾਂ ਹੋ ਸਕਦੀ ਆ। ਸਾਰੇ ਮੁਲਕ ਦੇ ਵਿੱਚ ਸਟੇਟਸ ਦੀਆਂ ਚੋਣਾਂ ਤੇ ਲੋਕ ਸਭਾ ਦੀਆਂ ਚੋਣਾਂ ਇਕੱਠੀਆਂ ਵੀ ਹੋ ਸਕਦੀਆਂ ਵਾ। ਸੋ ਇਸ ਕਰਕੇ ਸਪੈਸ਼ਲ ਸੈਸ਼ਨ ਸੱਦਿਆ ਗਿਆ। ਹਾਲਾਂਕਿ ਇਹਦੇ ਬਾਰੇ ਕੋਈ ਕਲੈਰਿਟੀ ਨਹੀਂ। ਮੈਂ ਦੱਸ ਦੇਵਾਂ ਕਿ ਸਾਡੇ ਨਾਲ ਜਸਵਿੰਦਰ ਸਿੰਘ, ਮਨਜੀਤ ਸੁਰਖਾ ਔਰ ਸਿੰਘ ਸਰਾਂ ਵੀ ਸਾਡੇ ਨਾਲ ਫੇਸਬੁੱਕ ਤੇ ਜੁੜ ਗਏ ਨੇ। ਪ੍ਰਦੀਪ ਕੰਬੋਜ ਸਿਆਟਲ ਤੋਂ ਸਾਡੇ ਨਾਲ ਜੁੜੇ ਨੇ, ਸਾਡੇ ਕੰਮ ਦੀ ਤਾਰੀਫ ਕਰ ਰਹੇ। ਮਿਹਰਬਾਨੀ ਪ੍ਰਦੀਪ ਕੰਬੋਜ ਜੀ। ਇੰਦਰਜੀਤ ਸਿੰਘ ਉਮਰਪੁਰੀ ਦਾ ਕਮੈਂਟ ਆਇਆ ਵਾ ਕਿ ਵਿਸ਼ੇਸ਼ ਇਜਲਾਸ ਵਿੱਚ ਇੱਕ ਦੇਸ਼ ਇੱਕ ਚੋਣ ਬਾਰੇ ਬਿੱਲ ਪੇਸ਼ ਕੀਤਾ ਜਾ ਸਕਦਾ ਵਾ। ਸ਼ਾਇਦ ਸਰਕਾਰ ਵੱਲੋਂ GST ਤੇ ਨੋਟਬੰਦੀ ਦੀ ਅਪਾਰ ਸਫਲਤਾ ਤੋਂ ਬਾਅਦ ਵੋਟਬੰਦੀ ਦਾ ਤਜਰਬਾ ਕਰਨ ਦੀ ਕੋਸ਼ਿਸ਼ ਦਾ ਮਾਹੌਲ ਤਿਆਰ ਕੀਤਾ ਜਾਵੇ। ਵੈਸੇ ਵਿਸ਼ੇਸ਼ ਇਜਲਾਸ ਮਣੀਪੁਰ ਵਰਗੀਆਂ ਘਟਨਾਵਾਂ ਸਮੇਂ ਸੱਦਣਾ ਚਾਹੀਦਾ ਸੀ, ਹੁਣ ਨਹੀਂ ਸੱਦਣਾ ਚਾਹੀਦਾ, ਜਦੋਂ ਮਣੀਪੁਰ ਦੇ ਵਿੱਚ ਬਹੁਤ ਜ਼ਿਆਦਾ ਉੱਥੇ ਅਮਨ ਕਾਨੂੰਨ ਦੀ ਵਿਵਸਥਾ ਖਰਾਬ ਹੋਈ ਸੀ। ਇੰਦਰਜੀਤ ਸਿੰਘ ਉਮਰਪੁਰੀ ਦਾ ਵਿਚਾਰ ਹੈ ਕਿ ਉਸ ਵੇਲੇ ਇਹ ਸਪੈਸ਼ਲ ਸੈਸ਼ਨ ਸੱਦਿਆ ਜਾਣਾ ਚਾਹੀਦਾ ਸੀ। ਪਰ ਹੋ ਸਕਦਾ ਵਾ ਕਿ ਇੱਕ ਦੇਸ਼ ਇੱਕ ਚੋਣ ਬਾਰੇ ਬਿੱਲ ਪੇਸ਼ ਕੀਤਾ ਜਾਵੇ। ਇਹ ਮੀਨਵਾਈਲ ਦਿਲਜੀਤ ਸੰਧੂ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਸਮੇਂ ਤੋਂ ਪਹਿਲਾਂ ਵੀ ਚੋਣਾਂ ਹੋ ਸਕਦੀਆਂ। ਮੈਂ ਦੱਸਿਆ ਵੀ ਅਪ੍ਰੈਲ ਮਈ ਦੇ ਵਿੱਚ ਵੈਸੇ ਚੋਣਾਂ ਡਿਊ ਨੇ, ਕਿਉਂਕਿ ਸਮੇਂ ਤੋਂ ਪਹਿਲਾਂ ਚੋਣਾਂ ਜਿਹੜੀਆਂ ਵਾ ਅੱਗੇ ਵੀ 4-5 ਵਾਰੀ ਹੋ ਚੁੱਕੀਆਂ ਵਾ। ਤੁਹਾਨੂੰ ਯਾਦ ਹੋਊਗਾ ਕਿ ਸਪੈਸ਼ਲ ਸੈਸ਼ਨ ਵੀ ਕਈ ਵਾਰਾਂ ਸੱਦੇ ਜਾ ਚੁੱਕੇ ਨੇ, ਇਹ ਪਹਿਲੀ ਵਾਰੀ ਨਹੀਂ। ਸਮੇਂ ਤੋਂ ਪਹਿਲਾਂ ਜਿਹੜੀਆਂ ਚੋਣਾਂ ਹੋਈਆਂ ਸੀ ਉਹ ਵੀ ਦੱਸੂਗਾ ਕਿਹੜੀਆਂ ਹੋਈਆਂ ਸੀ, ਔਰ ਸਪੈਸ਼ਲ ਸੈਸ਼ਨ ਕਦੋਂ ਸੱਦੇ ਗਏ ਉਹਦੇ ਬਾਰੇ ਮੈਂ ਜਾਣਕਾਰੀ ਸ਼ੇਅਰ ਕਰੂੰਗਾ। ਪਰ ਉਸ ਤੋਂ ਪਹਿਲਾਂ ਮੈਂ ਕਾਲ ਲੈਣੀ ਚਾਹੁੰਦਾ, ਦੇਖਦੇ ਹਾਂ ਸਾਡੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ ਭਾਈ ਸਾਹਿਬ, ਔਨ 에ਅਰ ਜੇ ਤੁਸੀਂ? ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਰਿੰਕੂ ਦਾ ਬੋਲਦਾ ਜੀ। ਰਿੰਕੂ ਜੀ। ਸੋ ਅੱਜ ਦਾ ਜਿਹੜਾ ਆਪਣਾ ਟੌਪਿਕ ਜਿਹੜਾ ਇਹਨਾਂ ਨੇ ਸਦਨ ਸੱਦਿਆ, ਸਪੈਸ਼ਲ ਸਦਨ ਜਿਹੜਾ ਉਹਦੇ ਵਿੱਚ ਸਰ ਮੈਨੂੰ ਏਦਾਂ ਲੱਗਦਾ ਵੀ ਮਲਹੋਤਰਾ ਜੀ ਸਾਹਿਬ ਦੀ ਗੱਲ ਦੇ ਵਿੱਚ ਮੈਨੂੰ ਥੋੜਾ ਜਿਹਾ ਦਮ ਲੱਗਦਾ। ਬਿਲਕੁਲ ਇਹ ਚੀਜ਼ ਹੋ ਸਕਦੀ ਹੈ, ਕਿਉਂਕਿ ਤਦੇ ਇਹ ਕਾਲੇ ਪਏ ਹੋ ਆ। ਔਰ ਜੇ ਸਰ ਮੰਨ ਲਓ ਤੁਸੀਂ ਜੇ ਚੋਣਾਂ ਹੁੰਦੀਆਂ, ਮੰਨ ਲਓ ਇੱਕ ਸੰਵਿਧਾਨ ਰੱਖ ਕੇ ਸਾਰੇ ਭਾਈ ਚੋਣਾਂ ਕਰਾਉਣਾ ਚਾਹੁੰਦੇ ਆ, ਉਹਦੇ ਵਿੱਚ ਜਿਹੜੀਆਂ ਸਟੇਟਾਂ ਦੇ ਵਿੱਚ ਪਹਿਲਾਂ ਚੋਣਾਂ ਹੋਈਆਂ, ਮੰਨ ਲਓ ਪੰਜਾਬ ਦੇ ਵਿੱਚ, ਉਹਦੇ ਵਿੱਚ ਤਾਂ ਇਹ ਸਿੱਧਾ ਸਰ ਬਈ ਲੋਕਤੰਤਰ ਦੀ ਹੱਤਿਆ। ਇਹ ਧੱਕਾ ਹੋਊਗਾ, ਬਿਲਕੁਲ ਧੱਕਾ ਹੋਊਗਾ। ਹਾਂਜੀ, ਇਹ ਤਾਂ ਸਿੱਧਾ ਬੀਜੇਪੀ ਨੂੰ ਪਤਾ ਆ। ਦੇਖੋ ਬਾਕੀ ਜੋ ਮੈਨੂੰ ਤਾਂ ਲੱਗਦਾ ਵੀ ਇਹਦਾ ਬਹੁਤ ਵੱਡਾ ਇਹ ਜਿਹੜਾ ਖਤਰਾ ਆ, ਸਾਰਿਆਂ ਕੱਲਾ ਇੱਕ ਪਾਰਟੀ ਨਹੀਂ, ਸਾਰੀਆਂ ਪਾਰਟੀਆਂ ਲਈ ਇਹ ਬਹੁਤ ਵੱਡਾ ਜਿਹੜਾ ਧੱਕਾ ਲੱਗ ਸਕਦਾ, ਬਹੁਤ ਖਤਰੇ ਦੀ ਘੰਟੀ ਆ। ਸਰ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਚਾਹੂੰਗਾ। ਰਾਈਟ। ਸੋ ਤੁਹਾਨੂੰ ਲੱਗਦਾ ਵਾ ਕਿ ਸਾਰੇ ਲੋਕਾਂ ਨੂੰ ਇਹਦੇ ਵਾਸਤੇ ਤਿਆਰ ਕਰਨਾ ਚਾਹੀਦਾ ਵੀ ਜੇ ਇਹੋ ਜਿਹਾ ਫੈਸਲਾ ਲਿਆ ਜਾਂਦਾ ਤੇ ਲੋਕੀ ਇਹਦਾ ਵਿਰੋਧ ਕਰਨ? ਬਿਲਕੁਲ ਸਰ, ਵਿਰੋਧ ਕਰਨ। ਔਰ ਸਾਰੀਆਂ ਪਾਰਟੀਆਂ ਨੂੰ, ਕੋਈ ਵੀ ਪਾਰਟੀ ਆਪਣੀ ਈਗੋ ਛੱਡ ਕੇ ਇਹਨਾਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ। ਪਰ ਮੈਨੂੰ ਨਹੀਂ ਲੱਗਦਾ ਵਿੱਚੋਂ ਕਈ ਪਾਰਟੀਆਂ ਤੋੜ ਮਰੋੜਾ ਕਰ ਲੈਂਦੀਆਂ ਹੁੰਦੀਆਂ, ਪਰ ਸਾਰਿਆਂ ਨੂੰ ਇਕੱਠੇ ਹੋ ਕੇ ਇਕਜੁੱਟਤਾ ਹੋ ਕਰਕੇ ਇਹਦਾ ਵਿਰੋਧ ਕਰਨਾ ਚਾਹੀਦਾ। ਜੇ ਲਾਗੂ ਹੋ ਗਿਆ, ਇਹ ਬਹੁਤ ਵੱਡਾ ਲੋਕਤੰਤਰ ਦੀ ਹੱਤਿਆ ਹੈ। ਪਰ ਅਕਾਲੀ ਦਲ ਨੇ ਤੇ ਵੈਲਕਮ ਕੀਤਾ ਵੀ ਜੇ ਇੱਕ ਮੁਲਕ ਇੱਕ ਦੇਸ਼ ਇੱਕ ਚੋਣ ਹੋਵੇ ਤੇ ਬਹੁਤ ਵਧੀਆ। ਅਕਾਲੀ ਦਲ ਦਾ ਹੁਣ ਪੈਤਰਾ ਇਹੀ ਹੈ ਵੀ ਜਾਂ ਬੀਜੇਪੀ ਦੇ ਨਾਲ ਉਹਨਾਂ ਨੇ ਪੰਜਾਬ ਦੇ ਵਿੱਚ ਚੋਣ ਲੜਨੀ ਹੈ ਤਾਂ ਤੈਅ ਹੀ ਆ ਸਰ, ਉਹਨਾਂ ਤੋਂ ਹੋਰ ਆਪਸ਼ਨ ਹੈ ਨਹੀਂ ਜੀ। ਹੁਣ ਜਾਂ ਦੇਖ ਲੈਣਾ ਸਮਝੌਤਾ ਵੀ ਹੋ ਜਾਣਾ, ਸਾਰਾ ਕੁਝ ਲੋਕਾਂ ਨੂੰ ਪਤਾ ਹੈ। ਲੋਕ
ਜਿਹੜੇ ਇਹ ਚੀਜ਼ਾਂ ਉਹਨਾਂ ਨੇ ਤਾਂ ਕਹਿਣਾ ਕਿਉਂਕਿ ਉਹਨਾਂ ਦੇ ਪੱਲੇ ਵੀ ਕੀ ਆ ਗਾ ਹੁਣ MP ਹੁਣ ਐਕਟਿਵ ਨਹੀਂ ਰਹਿਣਾ ਉਹਨਾਂ ਦਾ। ਸੋ ਚੱਕਰ ਇਹ ਮੈਨੂੰ ਲੱਗਦਾ ਵੀ ਇਹ ਚੀਜ਼ ਸਹੀ ਨਹੀਂ ਸਹੀ ਹੋਊਗੀ ਔਰ ਇਹ ਲੋਕਤੰਤਰ ਦਾ ਬਹੁਤ ਵੱਡਾ ਘਾਣ ਹੋਊਗਾ ਆਪਣੇ ਇੰਡੀਆ ਦੇ ਵਿੱਚ। ਸਰ ਮੈਂ ਇੰਨਾ ਕਹਿਣਾ ਚਾਹੁੰਦਾ। ਮਿਹਰਬਾਨੀ, ਥੈਂਕ ਯੂ ਰਿੰਕੂ ਰਾਏ। ਮੀਨਵਾਈਲ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਗਏ ਨੇ, ਦੇਖਦੇ ਹਾਂ ਕੀ ਕਹਿੰਦੇ। ਹੈਲੋ ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਸ਼ੇਰਗਿਲ ਜੀ। ਹਾਂਜੀ ਸੰਧੂ ਸਾਹਿਬ, ਜਿਹੜੀ ਇਹ ਗੱਲ ਸੋਚਦੇ ਆ, ਚਲੋ ਇਹ ਚੋਣਾਂ ਪਹਿਲਾਂ ਕਰਾਉਣ ਦੀ ਗੱਲ ਕਰਦੇ ਜਾਂ ਆਹ ਬਿੱਲ ਪੇਸ਼ ਕਰਨ ਦੀ ਕਰਦੇ ਆ ਵੀ ਇੱਕ ਚੋਣਾਂ ਇੱਕ ਨੇਸ਼ਨ ਦੇ ਹੋਰ ਸਾਰੀਆਂ ਹੋ ਜਾਣ ਇਕੱਠੀਆਂ, ਵੀ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਸੰਧੂ ਸਾਹਿਬ। ਪਹਿਲੀ ਗੱਲ ਤਾਂ ਇਹ ਹੈ ਹੈਂਡਲ ਕਰ ਲੈਣਗੇ ਇਹ। ਲੋਕ ਸਭਾ ਦੀਆਂ ਚੋਣਾਂ ਆਉਂਦੀਆਂ ਯੂਪੀ 'ਚ ਕਿੰਨੇ ਫੇਜ਼ਾਂ 'ਚ ਆਉਂਦੀਆਂ, 2-2 ਮਹੀਨੇ ਰਿਜ਼ਲਟ ਨਹੀਂ ਆਉਂਦਾ। ਜਦੋਂ ਸਟੇਟਾਂ 'ਚ ਇਕੱਠੀਆਂ ਹੋਈਆਂ ਤਾਂ ਨਹੀਂ 2-2 ਮਹੀਨੇ ਆਉਂਦਾ। ਫਿਰ ਤਾਂ ਮੇਰੇ ਖਿਆਲ ਜੇ ਸਾਰੇ ਕਰਨ ਲੱਗਦੇ ਸਾਲ ਰਿਜ਼ਲਟ ਹੀ ਨਹੀਂ ਆਉਣਾ, ਚੋਣਾਂ 'ਚ ਹੀ ਰਹਿ ਜਾਣਗੇ ਸੰਧੂ ਸਾਹਿਬ। ਜਿਹੜੀਆਂ ਅੱਜ 1.5 ਸਾਲ ਬਣੀਆਂ ਨਾ, ਮਤਲਬ ਸਾਡਾ ਫਿਰ ਜਾਇਆ ਪੈਸਾ ਤੇ ਇੱਥੇ ਹੀ ਲੱਗ ਜਾਊ। ਮੈਨੂੰ ਨਹੀਂ ਲੱਗਦਾ ਇਹ ਜਿਹਾ, ਮੇਰਾ ਤਾਂ ਖਿਆਲ ਸਾਰੇ ਅਟਕਲ ਪੱਚੂ ਹੈ, ਇਹ ਘਬਰਾਏ ਹੋਏ ਆ, ਸੈਸ਼ਨ ਪਹਿਲਾਂ ਸੱਦ ਰਹੇ ਆ। ਹਾਲਾਂਕਿ ਮੇਰਾ ਖਿਆਲ ਵਿੰਟਰ ਸੈਸ਼ਨ ਨੇੜੇ ਹੀ ਆ ਰਿਹਾ, ਚੋਣਾਂ ਤੋਂ ਪਹਿਲਾਂ ਇੱਕ ਵਾਰੀ ਹੋਊਗਾ ਲਾਜ਼ਮੀ, ਰਾਈਟ? ਹਾਂ ਵਿੰਟਰ ਸੈਸ਼ਨ ਹੋਣਾ ਜੀ, ਪਰ ਕੀ ਲੱਗਦਾ ਵਾ ਕਿਉਂ ਸੱਦਿਆ ਵਿੰਟਰ ਸੈਸ਼ਨ, ਆ ਜਿਹੜਾ ਸਪੈਸ਼ਲ ਸੈਸ਼ਨ? ਮੈਨੂੰ ਤਾਂ ਲੱਗਦਾ ਸੰਧੂ ਸਾਹਿਬ ਕੋਈ ਨਾ ਕੋਈ ਇਹੋ ਜਿਹਾ ਫੈਸਲਾ ਲੈਣ ਦੀ ਖਾਤਰ ਹੀ ਹੈ ਵੀ ਵਿਰੋਧੀ ਧਿਰਾਂ ਤੋਂ ਇਹ ਜਿਹੜੇ ਇਕੱਠ ਜੋੜ ਹੋਇਆ ਜਾਂ ਕੋਈ ਵੀ ਆਹ ਹੁਣ ਮੀਟਿੰਗਾਂ ਹੋ ਰਹੀਆਂ, ਇਹ ਤਾਂ ਘੁਰਾਈ ਹੋਈ ਆ ਸਰਕਾਰ। ਇਹਨਾਂ ਨੂੰ ਵੋਟਾਂ ਦਾ ਬਹੁਤ ਹੁੰਦਾ ਜੀ ਦੁੱਖ, ਇਹਨਾਂ ਨੂੰ ਵੋਟਾਂ ਦਾ। ਵੋਟ ਕਿਸੇ ਤਰ੍ਹਾਂ ਇਹ ਆਪਦੀ ਰਾਜ ਸੱਤਾ ਚੋਂ ਬਾਹਰ ਨਹੀਂ ਹੋਣਾ ਚਾਹੁੰਦੇ, ਆਹੀ ਅੱਡ ਤੇ ਪੱਚੂ ਲਾ ਰਹੇ ਆ ਵੀ ਐਡੀ ਸੌਖਾ ਨਹੀਂ ਹੈਗਾ। ਐਡੇ ਵੱਡੇ ਲੋਕਤੰਤਰ ਜਿਹਨੂੰ ਕਹਿੰਦੇ ਆ ਵੀ ਇਹ ਗੱਲਾਂ ਕਰ ਜਾਣਗੇ, ਮੈਨੂੰ ਨਹੀਂ ਲੱਗਦਾ। ਸਿਰਫ ਇਹ ਚੋਣਾਂ ਜਿਹੜਾ ਮੁੱਦਾ ਚੋਣਾਂ ਦਾ ਵੀ ਵਿਰੋਧੀ ਧਿਰਾਂ ਉੱਠ ਰਹੀਆਂ ਵੀ ਇਹ ਵਿਰੋਧੀ ਧਿਰਾਂ ਉੱਠ ਨਾ ਸਕਣ ਇਸ ਤੋਂ ਪਹਿਲਾਂ ਇਲੈਕਸ਼ਨ ਅਨਾਉਂਸ ਕਰ ਦੇਣਗੇ। ਮਿਹਰਬਾਨੀ, ਥੈਂਕ ਯੂ। ਵਿਲ ਟੇਕ ਦ ਨੈਕਸਟ ਕਾਲ। ਹੈਲੋ ਸੰਧੂ ਸਾਹਿਬ ਸਤਿ ਸ੍ਰੀ ਅਕਾਲ। 2016 ਚ ਦਾਸ ਨੇ ਅਕਾਲੀਆਂ ਬਾਰੇ ਕਿਹਾ ਸੀ, ਜਦੋਂ ਭਗਤ ਪੂਰਨ ਸਿੰਘ ਦਾ ਕਿਹਾ ਸੀ ਨਾ ਚੁੱਕੋ ਕੋਕਾ ਲੰਮੀ ਕਹਾਣੀ, ਮੈਂ ਕਹਿ ਉਹ ਕਾਲੀਓ ਤੁਹਾਡਾ ਵੀ ਕੋਕਾ ਚੱਕਿਆਗਾ। ਮੋਦੀ ਸਾਹਿਬ ਜਿੱਥੇ ਮਰਜੀ ਭੱਜ ਰਹੇ ਨੇ, ਇਹਨਾਂ ਦੀ ਹਾਰ ਹੋਣੀ ਅੱਜ ਦੇ ਡੇਟ ਤੁਸੀਂ ਨੋਟ ਕਰ ਲਓ। ਦੇਖੋ ਦਿੱਲੀ ਕਾਰਪੋਰੇਸ਼ਨ ਦੀਆਂ ਇਹਨਾਂ ਨੇ 3 ਹੁੰਦੇ ਸੀ, 3 ਹੁੰਦੇ ਜਗ੍ਹਾ 3 ਇਹਨਾਂ ਚੱਕ ਇੱਕ ਕਰਤੀ ਵੀ ਅਸੀਂ ਜਿੱਤਾਂਗੇ। ਆਪ ਦੀਆਂ ਪਹਿਲੇ 49 ਸੀ, 4 ਜਿਮਨੀ ਚੋਣਾਂ ਆਈਆਂ, 134 ਲੈ ਕੇ ਉੱਥੇ ਵੀ ਇਹਨਾਂ ਦੀ ਹਾਰ ਹੋਈ। ਔਰ ਚੋਣਾਂ ਦਾ ਵਾ ਦੇਖੋ ਬੀਜੇਪੀ ਨੇ ਕਿਹੜੇ ਹੱਥ ਕੰਡੇ ਅਪਣਾਏ। ਮਹੀਨਾ 2 ਮਹੀਨੇ ਉਹਨਾਂ ਦਾ ਮੇਲ ਨੇ ਇਹਨਾਂ ਨੇ ਬੰਦ ਤਾਂ ਯਾਰ ਹੈ ਨਾ। ਔਰ ਉਹ ਦੇਖੋ ਆਪਣਾ ਇੱਥੇ ਆਪਣਾ ਕਰਨਾਟਕ ਵਿੱਚ ਹਾਰ ਹੋਈ। ਪਰ ਇਹ ਦੱਸੋ ਕਿਉਂ ਕਰਾ ਰਹੀ ਹੈ? ਨਹੀਂ ਸਪੈਸ਼ਲ ਸੈਸ਼ਨ ਆਪਾਂ ਅੱਜ ਦੇ ਮਸਲੇ ਤੇ ਇਹ ਸਪੈਸ਼ਲ ਸੈਸ਼ਨ ਕਿਉਂ ਸੱਦਿਆ? ਇਸੇ ਮਸਲੇ ਤੇ ਆ ਰਹੇ ਹਾਂ। ਇਹ ਬੀਜੇਪੀ ਨੂੰ ਪਤਾ ਕਿ ਅਸੀਂ ਹਾਰ ਹੋਣੀ ਆ ਸਾਡੀ। ਇਹ ਜਿੱਥੇ ਮਰਜ਼ੀ ਭਰ ਲੈ, ਜੋ ਮਰਜ਼ੀ ਕਰ ਲੈ, ਇਹਨਾਂ ਦੀ ਹਾਰ ਹੋਣੀ ਆ। ਬਾਕੀ ਜਿਹੜੀਆਂ ਪਾਰਟੀਆਂ ਇਹਨਾਂ ਦੀ ਮਦਦ ਕਰੂਗੀ ਬਾਅਦ ਚ ਪੁੱਛਤਾਵਾਂਗੇ। ਇਹ ਵੀ ਨੋਟ ਕਰ। ਅਕਾਲੀ ਦਲ ਤਾਂ ਸਾਰੇ ਤੋਂ ਪਹਿਲਾਂ ਹਮਾਇਤ ਕਰੇ। MP ਦੀਆਂ 2 ਆ, ਹੁਣੇ ਇੱਕ ਕਾਲਰ ਕਹਿ ਕੇ ਉਹ ਵੀ ਗਈਆਂ। MLA ਦੀਆਂ 3 ਆ, ਉਹ ਬਿਲਕੁਲ ਹੀ ਸਫਾਇਆ ਹੋ ਜਾਣੀ ਇਹਨਾਂ ਦੀ, ਇੱਕ ਭਾਵਾਂ ਰਹਿ ਗਏ। ਓਕੇ ਮਿਹਰਬਾਨੀ, ਥੈਂਕ ਯੂ ਕੈਪਟਨ ਇਕਬਾਲ ਸਿੰਘ ਜੀ। ਰਵੀ ਗਰੇਵਾਲ ਹੁਣਾਂ ਦਾ ਕਮੈਂਟ ਫੇਸਬੁੱਕ ਦੇ ਉੱਪਰ ਆਇਆ। ਉਹ ਕਹਿ ਰਹੇ ਨੇ ਮਲਹੋਤਰਾ ਜੀ ਦੇ ਵਿਚਾਰ ਮੈਂ ਬੜੇ ਧਿਆਨ ਨਾਲ ਸੁਣਦਾ ਹਾਂ, ਜਿਹੜੇ ਸਾਡੇ ਅੱਜ ਪਹਿਲੇ ਕਾਲਰ ਸੀ। ਰਵੀ ਗਰੇਵਾਲ ਕਹਿ ਰਹੇ ਨੇ ਕਿ 1 ਨੇਸ਼ਨ 1 ਪੋਲ ਜੇਕਰ ਹੁੰਦੀ ਹੈ ਤਾਂ ਇਹ ਦੇਸ਼ ਲਈ ਇੱਕ ਚੰਗਾ ਕਦਮ ਹੋ ਸਕਦਾ ਹੈ। ਸਾਡੇ ਦੇਸ਼ ਵਿੱਚ ਨਿੱਕੀਆਂ ਮੋਟੀਆਂ ਪਾਰਟੀਆਂ ਨੇ ਬਹੁਤ ਗੰਦ ਪਾਇਆ ਹੋਇਆ ਵਾ। ਸੋ ਰਵੀ ਗਰੇਵਾਲ ਇਹਦੇ ਹੱਕ ਦੇ ਵਿੱਚ ਨੇ। ਪਰ ਰਵੀ ਗਰੇਵਾਲ ਜੀ ਜਿਹੜੀਆਂ ਹੁਣ ਸਾਡੇ ਪੰਜਾਬ ਜਿਵੇਂ 1.5 ਸਾਲ ਪਹਿਲਾਂ ਚੋਣ ਹੋਈ ਸੀ, ਕਿ ਉੱਥੇ ਦੁਬਾਰਾ ਚੋਣ ਹੋਊਗੀ? ਇਹ ਲੋਕਤੰਤਰ ਦੀ ਇੱਕ ਤਰੀਕੇ ਨਾਲ ਹੱਤਿਆ ਨਹੀਂ? ਔਰ ਫਿਰ ਦਿਲਜੀਤ ਸੰਧੂ ਨੇ ਬੜਾ ਇੰਟਰਸਟਿੰਗ ਕਮੈਂਟ ਰੇਜ਼ ਕੀਤਾ ਵਾ ਫੇਸਬੁੱਕ ਦੇ ਉੱਪਰ। ਉਹ ਕਹਿ ਰਹੇ ਨੇ ਜੇ ਬਾਅਦ ਵਿੱਚ ਇਕੱਠੀਆਂ ਚੋਣਾਂ ਕਰਾ ਦਿਓ ਲੋਕ ਸਭਾ ਅਤੇ ਸਟੇਟਾਂ ਦੀਆਂ, ਪਰ ਬਾਅਦ 'ਚ ਜੇ ਕੋਈ ਸਟੇਟ ਸਰਕਾਰ ਡਿੱਗ ਜਾਂਦੀ ਹੈ ਤਾਂ ਕੀ ਪ੍ਰਬੰਧ ਹੋਊਗਾ? ਜਾਂ ਤਾਂ ਫਿਰ ਉੱਥੇ ਜਿਹੜੀ ਨਵੀਂ ਚੋਣ ਹੋਊਗੀ ਉਹ ਸਿਰਫ ਜਿੰਨਾ ਟਾਈਮ ਰਹਿ ਗਿਆ 1.5 ਸਾਲ 2 ਸਾਲ ਸਿਰਫ ਉਹਦੇ ਵਾਸਤੇ ਹੋਊਗੀ, ਜਾਂ 3 ਸਾਲ ਰਹਿ ਗਿਆ, ਜਾਂ ਫਿਰ ਉੱਥੇ ਉਹਨਾਂ 'ਚ ਰਾਸ਼ਟਰਪਤੀ ਰਾਜ ਲੱਗਾ ਰਹੂਗਾ? ਇਹਦੇ ਬਾਰੇ ਹਾਲੀ ਕਲੈਰਿਟੀ ਕੋਈ ਨਹੀਂ। ਜਸਵਿੰਦਰ ਸਿੰਘ ਕਹਿ ਰਹੇ ਨੇ ਵਕਤੋਂ ਖੁੰਝੀ ਡੂਮਣੀ ਗਾਵੇ ਆਲ ਪਤਾਲ ਵਾਲੀ ਗੱਲ ਹੈ। ਬੀਜੇਪੀ ਕੋਈ ਵੀ ਹੱਥ ਕੰਡਾ ਅਪਣਾ ਕੇ ਪੰਜਾਬ ਵਰਗੀਆਂ ਸਟੇਟਾਂ 'ਚ ਧੱਕੇ ਨਾਲ ਚੋਣਾਂ ਕਰਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗੀ, ਜੋ ਸ਼ਰੇਆਮ ਧੱਕਾ ਹੈ ਪੰਜਾਬ ਨਾਲ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ 1 ਨੇਸ਼ਨ 1 ਵੋਟ ਦੇ ਅਧੀਨ ਜੇਕਰ ਕਿਸੇ ਪ੍ਰਾਂਤ ਜਾਂ ਕੇਂਦਰ ਦੀ ਸਰਕਾਰ ਆਪਣੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਡਿੱਗ ਜਾਂਦੀ ਹੈ ਤਾਂ ਕੀ ਰਹਿੰਦੀ ਮਿਆਦ ਗਵਰਨਰ ਜਾਂ ਰਾਸ਼ਟਰਪਤੀ ਦਾ ਰਾਜ ਲੱਗੇਗਾ? ਮੈਂ ਸਤਨਾਮ ਸਿੰਘ ਧਾਮੀ ਜੀ ਦੇ ਬਾਰੇ ਹੁਣੇ ਗੱਲ ਕਰਕੇ ਹਟਿਆ ਵਾਂ ਕਿ ਜਾਂ ਤੇ ਜਿਹੜਾ ਟਾਈਮ ਰਿਮੇਨਿੰਗ ਪੀਰੀਅਡ ਹੈ ਉਹਦੇ ਵਾਸਤੇ ਚੋਣਾਂ ਦੁਬਾਰਾ ਹੋਣਗੀਆਂ, ਜਾਂ ਫਿਰ ਉਹਨੇ ਚਿਰ ਲਈ ਰਾਸ਼ਟਰਪਤੀ ਰਾਜ ਲੱਗ ਜੂਗਾ। ਇਸ ਤਰ੍ਹਾਂ ਦਾ ਸਿਸਟਮ ਅਡਾਪਟ ਕਰਨਗੇ। ਵਿਲ ਟੇਕ ਦੀ ਨੈਕਸਟ ਕਾਲ।
ਹੈਲੋ ਭਾਈ ਸਾਹਿਬ ਔਨ 에ਅਰ ਜੀ ਤੁਸੀਂ? ਹੈਲੋ। ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਸੰਧੂ ਸਾਹਿਬ ਗੁਰਫਤਿਹ ਜੀ, ਪ੍ਰੇਮਪੁਰਾ ਜੀ। ਅੱਜ ਬਹੁਤ ਵਧੀਆ ਵਿਸ਼ਾ ਲਿਆਏ ਹੋ ਤੁਸੀਂ। ਜੀ ਇਹ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਵਾਲਾ ਕੰਮ ਹੈ ਨਾ, ਜੇ ਉਹ ਕਰਦੇ ਨੇ ਤਾਂ ਉਹਦੇ 'ਚ ਫਸ ਜਾਣਗੇ, ਕੋਈ ਨਾ ਕੋਈ ਇਹਨਾਂ ਨੂੰ ਕੋਰਟ 'ਚ ਲੈ ਜਾਏਗਾ, ਓਕੇ। ਕੋਈ ਸਟੇਟਾਂ ਵਾਲੇ। ਨਹੀਂ, ਪਰ ਜੇ ਪਾਰਲੀਮੈਂਟ ਦੇ ਵਿੱਚ ਬਹੁਮਤ ਨਾਲ ਇਹ ਫੈਸਲਾ ਕੀਤਾ ਗਿਆ ਤੇ ਫਿਰ ਤੇ ਮੇਰੇ ਖਿਆਲ ਸੁਪਰੀਮ ਕੋਰਟ ਇਹਦੇ 'ਚ ਦਖਲ ਨਹੀਂ ਦੇ ਸਕਦੀ। ਆਪਾਂ ਪਾਰਲੀਮੈਂਟਰੀ ਆਪਣੇ ਲੋਕਤੰਤਰ ਜਿਹੜਾ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਆ, ਪਾਰਲੀਮੈਂਟ ਜਿਹੜੀ ਆ ਉਹ ਸੁਪਰੀਮ ਆ। ਕੋਰਟ ਸਿਰਫ ਤਦ ਦਖਲ ਦੇ ਸਕਦਾ ਵਾ ਜੇ ਅਸੀਂ ਜਿਹੜਾ ਬੇਸਿਕ ਢਾਂਚਾ ਵਾ, ਜਿਹੜਾ ਬੇਸਿਕ ਸਟਰਕਚਰ ਆਫ ਦੀ ਕਨਸਟੀਟਿਊਸ਼ਨ ਹੈ ਜੀ, ਉਹਦੇ ਨਾਲ ਛੇੜਛਾੜ ਕਰੀਏ। ਅਦਰਵਾਈਜ਼ ਪਾਰਲੀਮੈਂਟ ਸੁਪਰੀਮ ਜਿਹੜੀਆਂ ਸਰਕਾਰਾਂ ਦੀ ਬੁਨਿਆਦ ਰਹਿੰਦੀ ਹੈ ਨਾ, ਉਹ ਤੇ ਜਾ ਸਕਦੇ ਨੇ। ਸਾਨੂੰ ਪਹਿਲਾਂ ਕਿਉਂ ਬੰਦ ਕਰਨਗੇ? ਓਕੇ, ਕੋਈ ਨਾ ਕੋਈ ਡਿੱਕਾ ਤੇ ਪਾਣਗੇ। Okay. ਦੂਸਰਾ ਸਭ ਤੋਂ ਵਧੀਆ ਇਹਨਾਂ ਨਾਲ ਇਲੈਕਸ਼ਨ ਪਹਿਲਾਂ ਕਰਾਣਾ ਹੈ। ਬੁਖਲਾਟ 'ਚ ਨਾ ਇਹਨਾਂ ਟਾਈਮ ਨਹੀਂ ਦੇਣਾ। ਜਿਹੜਾ ਉਹ ਗੱਠਜੋੜ ਹੋਇਆ ਨਾ, ਵੀ ਉਹਨੂੰ ਜਿੰਨਾ ਟਾਈਮ ਦੇਣਗੇ ਉਹ ਇਹਨਾਂ ਦੇ ਖਿਲਾਫ ਜਾਏਗੀ ਜਨਤਾ। ਓਕੇ, ਮੇਨ ਮੁੱਦਾ ਇਹ ਲੱਗਦਾ ਹੈ। ਓਕੇ, ਥੈਂਕ ਯੂ, ਟਾਈਮ ਨਾ ਦਿੱਤਾ ਜਾਏ। ਥੈਂਕ ਯੂ। ਸਮੇਂ ਤੋਂ ਪਹਿਲਾਂ ਇਲੈਕਸ਼ਨ ਕਰਾਉਣ ਦੀ ਤਜਵੀਜ਼ ਲੱਗਦੀ ਆ। ਇਹ ਚਰਨ ਸਿੰਘ ਪ੍ਰੇਮਪੁਰਾ ਹੋਣਾ ਦਾ ਵਿਚਾਰ ਹੈ। ਥੈਂਕ ਯੂ ਪ੍ਰੇਮਪੁਰਾ ਜੀ। ਮੀਨਵਾਈਲ ਸਮੇਂ ਤੋਂ ਪਹਿਲਾਂ ਇਲੈਕਸ਼ਨਾਂ ਘੱਟੋ ਘੱਟ 6 ਵਾਰੀ ਮੈਨੂੰ ਯਾਦ ਹੈ ਪਹਿਲਾਂ ਹੋ ਚੁੱਕੀਆਂ ਵਾ। 1971 ਦੇ ਵਿੱਚ ਇਲੈਕਸ਼ਨ 4 ਸਾਲ ਬਾਅਦ ਹੀ ਹੋ ਗਈ ਸੀ। 1980 ਦੇ ਵਿੱਚ 3 ਸਾਲ ਬਾਅਦ ਹੀ ਹੋ ਗਈ ਸੀ। 1984 'ਚ 4 ਸਾਲ ਬਾਅਦ ਇਲੈਕਸ਼ਨ ਕਰਾਤੀ ਗਈ, 1 ਸਾਲ ਇਲੈਕਸ਼ਨ ਟਾਈਮ ਤੋਂ ਪਹਿਲਾਂ। ਵੈਸੇ ਡਿਊ ਜਿਹੜੀ ਸੀ ਉਹ 1985 'ਚ ਹੋਣੀ ਸੀ। 1991 ਦੇ ਵਿੱਚ 2 ਸਾਲਾਂ ਬਾਅਦ ਇਲੈਕਸ਼ਨ ਹੋ ਗਈ, ਔਰ ਉਸ ਤੋਂ ਪਹਿਲਾਂ 1998 ਦੇ ਵਿੱਚ ਵੀ 2 ਸਾਲਾਂ ਬਾਅਦ ਇਲੈਕਸ਼ਨ ਹੋ ਗਈ ਸੀ, ਔਰ 1999 'ਚ ਤੇ 1 ਸਾਲ ਬਾਅਦ ਹੀ ਇਲੈਕਸ਼ਨ ਕਰਾਉਣੀ ਪੈ ਗਈ ਸੀ। ਸੋ 5-6 ਵਾਰੀ ਇਹੋ ਜਿਹਾ ਪਹਿਲਾਂ ਪ੍ਰੈਸੀਡੈਂਟ ਨੂੰ ਕਹਿ ਸਕਦੇ ਹਾਂ ਉਹ ਹੈ ਸਮੇਂ ਤੋਂ ਪਹਿਲਾਂ ਇਲੈਕਸ਼ਨਾਂ ਦਾ। ਕੁਝ ਲੋਕੀ ਇਹ ਵੀ ਪੁੱਛ ਰਹੇ ਨੇ ਕਿ ਸਪੈਸ਼ਲ ਇਜਲਾਸ ਕਈ ਅੱਗੇ ਵੀ ਸੱਦਿਆ ਗਿਆ ਵਾ। ਮੈਂ ਉਹਦੇ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰੂੰਗਾ, ਪਰ ਇੱਥੇ ਮੈਂ ਦੱਸ ਦੇਵਾਂ ਕਿ ਕਾਕਾ ਬੈਂਸ ਹੋਣਾ ਦਾ ਕਮੈਂਟ ਆਇਆ ਵਾ ਕਿ ਅਫਸੋਸ ਦੀ ਗੱਲ ਕਿ ਸਾਡੀ ਜਾਣਕਾਰੀ ਕਿੰਨੀ ਸੀਮਤ ਹੈ, ਕਿਉਂਕਿ ਪਹਿਲੀਆਂ ਚੋਣਾਂ ਇਕੱਠੇ ਹੀ ਹੁੰਦੀਆਂ ਸਨ, ਬਾਕੀ ਸਾਰੇ ਚੋਣਾਂ ਇਕੱਠੀਆਂ ਹੋਣਗੀਆਂ ਤਾਂ ਗੈਂਗਸਟਰਾਂ ਨੂੰ ਵੀ ਇੱਕ ਜਗ੍ਹਾ ਹੀ ਰਹਿਣਾ ਪਵੇਗਾ ਤੇ ਉਹ ਉੱਧਰ ਨਹੀਂ ਜਾ ਸਕਣਗੇ। ਇਹ ਕਾਕਾ ਬੈਂਸ ਹੋਣਾ ਦਾ ਵਿਚਾਰ ਆ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਵਨ ਨੇਸ਼ਨ ਵਨ ਵੋਟ ਵਿਲ ਬੀ ਡੇਂਜਰਸ ਫॉर ਫੈਡਰਲਿਜ਼ਮ। ਵਿਲ ਟੇਕ ਦੀ ਨੈਕਸਟ ਕਾਲ। ਦੇਖਦੇ ਅਗਲੇ ਕਾਲਰ ਕੀ ਕਹਿੰਦੇ। ਹੈਲੋ, ਹਾਂਜੀ ਹਾਂਜੀ ਸੋਢੀ ਸਾਹਿਬ, ਹਰਦੀਪ ਸਿੰਘ ਸੋਢੀ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਗੱਲ ਇਹ ਆ ਜੀ ਬਈ ਆਪਰੇਸ਼ਨ ਥੀਏਟਰ 'ਚ ਲੈ ਗਏ ਬੰਦੇ ਨੂੰ ਤੇ ਬੇਹੋਸ਼ ਕਰਨਾ ਸੀ, ਐਨਸਥੀਸੀਆ ਨਾਲ ਹੋਵੇ ਨਾ, ਤੇ ਉਹਨਾਂ ਕਿਹਾ ਮੈਨੂੰ ਟੀਕਾ ਲਾ ਦਿਓ ਰੀੜ ਦੀ ਹੱਡੀ 'ਚ, ਜੈਸੀਕੇਨ ਵਗੈਰਾ ਦਾ। ਤੇ ਉਹਨੇ ਟੀਕਾ ਲਾਇਆ ਤੇ ਉਹਨੇ ਚੀਕਾਂ ਇੰਨੀਆਂ ਕੁ ਮਾਰੀਆਂ ਵੀ ਸਾਰਾ ਆਪਰੇਸ਼ਨ ਥੀਏਟਰ ਸਿਰ ਤੇ ਚੁੱਕਣਾ ਲਿਆ। ਤੇ ਇੱਕ ਲਾਗੋ ਨਾ ਉਹਨੂੰ ਕਲਾਸ 3 ਜਾਂ 4 ਸੀ, ਉਹ ਕਹਿੰਦਾ ਅਭੀ तो लगा है टीका तो रोता है क्यों, अभी तो देख आगे 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 होता है क्या। अच्छा, तो हाली तो टीका ही ला रहे हैं। अजे टीका भी नहीं जी, अजे तो चुंडी वड्ड के वेखी हो ना। ਤੁਸੀਂ 1 ਮਿੰਟ ਵਾਸਤੇ ਵੇਖੋ ਵੀ ਜਦੋਂ ਨਰਸਿਮਹਾ ਰਾਓ ਦੀ ਸਰਕਾਰ ਬੈਠੀ ਹੈ ਨਾ, ਤੇ ਉਦੋਂ ਵਾਜਪਾਈ ਸਾਹਿਬ ਕਦੀ 13 ਦਿਨਾਂ ਵਾਸਤੇ ਬਣ ਗਏ, ਕਦੀ 13 ਮਹੀਨਿਆਂ ਵਾਸਤੇ ਬਣ ਗਏ, ਹੈਨਾ। ਤੇ ਉਦਾਂ ਦੇ ਹਾਲਾਤ ਹੋ ਜਾਣ ਜੇ ਵਨ ਵੋਟ ਵਨ ਨੇਸ਼ਨ ਕਰਕੇ ਸਾਰੇ ਦੇਸ਼ ਦੀਆਂ ਚੋਣਾਂ ਕਰਾ ਦੇਣ ਤੇ ਅਰਬਾਂ ਖਰਬਾਂ ਰੁਪਈਆ ਦੇ ਦੇਣ, ਤੇ ਮੁੜ ਕੇ ਸਾਲ ਬਾਅਦ ਸਰਕਾਰ ਟੁੱਟ ਜੇ ਕੇਂਦਰ ਦੀ, ਤੇ ਅਸੈਂਬਲੀਆਂ ਆਪੇ ਟੁੱਟ ਗਈਆਂ। ਉਹ ਨਹੀਂ, ਇਸ ਤਰ੍ਹਾਂ ਜੀ 1967 ਤੋਂ ਪਹਿਲਾਂ ਇਕੱਠੀਆਂ ਇਲੈਕਸ਼ਨ ਹੁੰਦੀ ਸੀ, ਪਰ ਉਦੋਂ ਕੀ ਹੁੰਦਾ ਸੀ ਵੀ ਜਿਹੜਾ ਜਿੰਨਾ ਟਾਈਮ ਰਹਿ ਗਿਆ ਨਾ ਉਨੀ ਟਾਈਮ ਵਾਸਤੇ ਦੁਬਾਰਾ ਇਲੈਕਸ਼ਨਾਂ ਹੁੰਦੀਆਂ ਸੀ। ਨਹੀਂ, ਪਰ ਗੱਲ ਇਹ ਨਾ ਵੀ ਉਦੋਂ ਜਿਹੜਾ ਬੰਦਾ ਉਦੋਂ ਸਕੰਜਵੀ ਦਾ ਗਲਾਸ ਪੀ ਕੇ ਵੋਟ ਪਾਉਂਦਾ ਸੀ ਨਾ, ਉਹ ਹੁਣ ਬਲੈਕ ਡੌਗ ਦੀ ਬੋਤਲ ਪਾ ਕੇ ਪੀਂਦਾ। ਠੀਕ ਹੈ ਨਾ। ਉਦੋਂ ਲੋਕੀ ਬੱਸਾਂ ਦੇ ਵਿੱਚ 1 2 3 ਸੀਟਾਂ ਤੇ ਲਿਖਿਆ ਹੁੰਦਾ ਸੀ MLA ਵਾਸਤੇ ਤੇ MP ਵਾਸਤੇ ਜੀ, ਤੇ ਹੁਣ ਹਾਰਿਆ ਹੋਇਆ MLA ਵੀ ਹੋਵੇ ਤੇ ਉਹਦੇ ਨਾਲ 5 ਗੱਡੀਆਂ ਹੁੰਦੀਆਂ। ਓਕੇ, ਉਹਨੂੰ ਹਲਕਾ ਇੰਚਾਰਜ ਬਣਾਇਆ ਹੁੰਦਾ। ਹਲਕਾ ਇੰਚਾਰਜ ਕਾਹਦਾ, ਹਲਕਿਆ ਇੰਚਾਰਜ ਹੁੰਦਾ ਉਹ। ਹਲਕਿਆ ਇੰਚਾਰਜ, ਓਕੇ। ਏਡੀ ਮਹਿੰਗੀ ਤੇ ਵੋਟ ਇਲੈਕਸ਼ਨ ਹੋ ਗਈ ਇੰਡੀਆ ਦੇ ਵਿੱਚ, ਇੰਡੀਆ ਦਾ ਤਾਂ ਨਿਕਲ ਜੂਗਾ ਦਿਵਾਲਾ ਜੇ ਆ ਕੰਮ ਹੋ ਗਿਆ ਤੇ। ਸ਼ੋਰ। ਸੋ ਤੁਹਾਨੂੰ ਲੱਗਦਾ ਵਾ ਕਿ ਇਹ ਮੁਲਕ ਦੇ ਹੱਕ 'ਚ ਨਹੀਂ?
ਮੈਂ ਕਿਹਾ ਜੀ 140 ਕਰੋੜ ਭਾਰਤੀਆਂ ਦੀ ਸਾਰਾ ਵੱਢਣ ਵਾਲੀ ਗੱਲ ਹੈ ਜੇ ਫੈਸਲਾ ਹੋ ਗਿਆ ਤੇ। ਮਿਹਰਬਾਨੀ, ਥੈਂਕ ਯੂ ਸੋਰੀ ਸਾਹਿਬ। ਸਾਰਿਆਂ ਦੀ, ਸਾਰੇ ਮੁਲਕ ਦੇ ਲੋਕਾਂ ਦੀ 140 ਕਰੋੜ ਦੀ ਸਾਰਾ ਜਿਹੜੀ ਵਿੰਡ ਪਾਈਪ ਹੁੰਦੀ ਹੈ ਉਹਨੂੰ ਵੱਢਣ ਵਾਲੀ ਗੱਲ ਹੋਵੇਗੀ। ਇਹ ਸੋਰੀ ਸਾਹਿਬ ਦਾ ਵਿਚਾਰ ਹੈ। ਮੀਨਵੈਲ ਦਲਵੀਰ ਸਿੰਘ ਕਹਿ ਰਹੇ ਨੇ ਮਸ਼ੀਨਾਂ 'ਚ ਗੜਬੜ ਹੋ ਸਕਦੀ। ਦਲਵੀਰ ਸਿੰਘ ਜੀ, ਇਹ ਤੇ ਹੁਣ ਪੁਰਾਣੀ ਕਹਾਣੀ ਆ, ਮੇਰੇ ਖਿਆਲ ਆਪਾਂ ਵੇਖ ਹੀ ਲਈ, ਕਈ ਇਲੈਕਸ਼ਨਾਂ ਹੋ ਗਈਆਂ, ਆਪਾਂ ਮਸ਼ੀਨਾਂ ਦਾ ਰੌਲਾ ਪਾਉਂਦੇ ਰਹੇ ਹਾਂ, ਪਰ ਕਈ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ, ਸੋ ਇਹ ਮਸ਼ੀਨਾਂ ਵਾਲੀ ਗੱਲ ਜਿਹੜੀ ਆ ਇਹ ਤੇ ਕੋਈ ਜਾਇਜ਼ ਨਹੀਂ ਲੱਗਦੀ। ਮਨਜੀਤ ਸੁਰਖਾ ਕਹਿ ਰਹੇ ਨੇ ਕਿ ਉਹ ਕਿਹੜੀ ਸਰਕਾਰ ਹੈ ਜਿਹਨੇ ਪੰਜਾਬ ਨਾਲ ਧੱਕਾ ਨਹੀਂ ਕੀਤਾ। ਮੀਨਵਾਈਲ ਮਿਸਕੀ ਗੁਪਤਾ ਦਾ ਕਮੈਂਟ ਆਇਆ ਵਾ ਕਿ ਬਰਜਿੰਦਰ ਸਿੰਘ ਹਮਦਰਦ ਜੀ ਦੇ ਹੱਕ ਵਿੱਚ ਹੋਈ ਰੈਲੀ ਤੋਂ ਬਾਅਦ ਸਾਡੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਜਦੋਂ ਪਾਣੀ ਦੇ ਦੂਜੇ ਹਿੱਸੇ ਤੇ ਬਾਂਦਰ, ਲੂੰਬੜ, ਹਾਥੀ, ਬੱਕਰੀ, ਬਿੱਲੀ, ਚੂਹੇ ਇਕੱਠੇ ਹੋ ਪਾਣੀ ਪੀਣ ਤਾਂ ਦੂਜੇ ਪਾਸੇ ਸ਼ੇਰ ਪਾਣੀ ਪੀ ਰਿਹਾ ਹੈ। ਹੁਣ ਮੁੰਬਈ ਵਿੱਚ ਸ਼ੇਰ ਕੌਣ ਤੇ ਬਾਕੀ ਜਾਨਵਰ ਕੌਣ? ਮਿਸਕੀ ਗੁਪਤਾ ਨੇ ਇਤਿਹਾਸ ਦਾ ਇੱਕ ਪੁਰਾਣਾ ਵਰਕਾ ਫੋਲਿਆ, ਕਿਉਂਕਿ ਸਿਆਸੀ ਲੀਡਰ ਬਹੁਤ ਕੁਝ ਕਹਿ ਜਾਂਦੇ ਆ ਔਰ ਬਾਅਦ ਦੇ ਵਿੱਚ ਉਹ ਫਿਰ ਭੁੱਲ ਜਾਂਦੇ ਆ ਵੀ ਅਸੀਂ ਪਹਿਲਾਂ ਕੀ ਕਿਹਾ ਸੀਗਾ। ਸੋ ਮਿਸਕੀ ਗੁਪਤਾ ਨੇ ਉਹ ਗੱਲ ਯਾਦ ਕਰਾਈ ਆ। ਮੈਂ ਇੱਥੇ ਦੱਸ ਦੇਵਾਂ ਕਿ ਪਹਿਲਾਂ ਵੀ ਸਪੈਸ਼ਲ ਇਜਲਾਸ ਘੱਟੋ ਘੱਟ 4 ਵਾਰੀ ਸੱਦਿਆ ਗਿਆ, ਜਿਹੜੀ ਮੇਰੀ ਯਾਦਦਾਸ਼ਤ ਆ। ਲਾਸਟ ਸਪੈਸ਼ਲ ਸੈਸ਼ਨ ਸੱਦਿਆ ਗਿਆ ਸੀ ਜੂਨ 2017 ਦੇ ਵਿੱਚ, ਜਦੋਂ GST ਦਾ ਰੋਲ ਆਊਟ ਹੋਣਾ ਸੀ। ਉਸ ਤੋਂ ਪਹਿਲਾਂ ਨਵੰਬਰ 2015 ਦੇ ਵਿੱਚ ਸਪੈਸ਼ਲ ਇਜਲਾਸ ਸੱਦਿਆ ਗਿਆ ਸੀ, ਜਦੋਂ ਬਾਬਾ ਸਾਹਿਬ ਅੰਬੇਦਕਰ ਜਿਹੜੇ ਸਾਡੇ ਨਿਰਮਾਤਾ ਨੇ ਸਾਡੇ ਸੰਵਿਧਾਨ ਦੇ, ਉਹਨਾਂ ਦਾ 125ਵਾਂ ਜਨਮ ਦਿਹਾੜਾ ਸੀ। ਫਿਰ 1997 ਦੇ ਵਿੱਚ ਜਦੋਂ ਭਾਰਤੀ ਆਜ਼ਾਦੀ ਦਿਵਸ ਦੀ ਗੋਲਡਨ ਜੂਬਲੀ ਸੀ, 50 ਸਾਲ ਪੂਰੇ ਹੋਏ ਸੀ, ਉਦੋਂ ਵੀ ਸਪੈਸ਼ਲ ਇਜਲਾਸ ਸੱਦਿਆ ਗਿਆ ਸੀ, ਮਤਾ ਪਾਸ ਕੀਤਾ ਗਿਆ। ਤੇ ਅਗਸਤ 1992 ਚ ਜਦੋਂ ਕੁਇਟ ਇੰਡੀਆ ਮੂਵਮੈਂਟ, 1942 ਦੀ ਜਿਹੜੀ ਕੁਇਟ ਇੰਡੀਆ ਮੂਵਮੈਂਟ ਹੈ ਆਜ਼ਾਦੀ ਦੀ ਲੜਾਈ ਦੇ ਵਿੱਚ, ਉਹਦੇ ਜਦੋਂ 50ਵੀਂ ਵਰ੍ਹੇਗੰਢ ਸੀ, ਉਸ ਵੇਲੇ ਵੀ ਸਪੈਸ਼ਲ ਇਜਲਾਸ ਸੱਦਿਆ ਗਿਆ। ਸੋ ਪਹਿਲੀ ਵਾਰੀ ਨਹੀਂ ਕਿ ਸਪੈਸ਼ਲ ਇਜਲਾਸ ਸੱਦਿਆ ਜਾ ਰਿਹਾ ਵਾ, ਲੇਕਿਨ ਇਸ ਸਪੈਸ਼ਲ ਇਜਲਾਸ ਸੱਦੇ ਜਾਣ ਤੇ ਇਹਦੇ ਏਜੰਡੇ ਬਾਰੇ ਹਰ ਤਰ੍ਹਾਂ ਦੀਆਂ ਅਟਕਲਾਂ ਲੱਗ ਰਹੀਆਂ ਵਾ। ਸੋ ਅੱਜ ਦਾ ਵਿਸ਼ਾ ਵੀ ਇਹੋ ਹੀ ਆ ਕਿ ਇਹ ਸਪੈਸ਼ਲ ਇਜਲਾਸ ਕਿਉਂ ਸੱਦਿਆ ਗਿਆ, ਕਿ ਇਹਦੇ 'ਚ ਕੋਈ ਸਿਰਫ ਮਤੇ ਪਾਸ ਕੀਤੇ ਜਾਣਗੇ ਜਾਂ ਬਿੱਲ ਲਿਆਂਦੇ ਜਾਣਗੇ ਜਾਂ ਰਾਸ਼ਟਰੀ ਪੱਧਰ ਦੇ ਕੋਈ ਵੱਡੇ ਫੈਸਲੇ ਕੀਤੇ ਜਾਣਗੇ। 18 ਸਤੰਬਰ ਤੋਂ 5 ਰੋਜ਼ਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਵਾ। ਇਹ ਕਿਉਂ ਸੱਦਿਆ ਗਿਆ ਵਾ, ਇਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਇਹਦੇ ਵਿੱਚ ਕੋਈ ਸਿਰਫ ਮਤੇ ਪਾਸ ਕੀਤੇ ਜਾਣਗੇ ਜਾਂ ਇਹਦੇ ਵਿੱਚ ਕੋਈ ਖਾਸ ਬਿੱਲ ਲੈ ਕੇ ਆਏ ਜਾਣਗੇ। ਇਹਦੇ ਬਾਰੇ ਹਰ ਤਰ੍ਹਾਂ ਦੀਆਂ ਅਟਕਲਾਂ ਲੱਗ ਰਹੀਆਂ ਵਾ। ਇੱਕ ਅੰਦਾਜ਼ਾ ਇਹ ਵੀ ਆ ਕਿ ਹੋ ਸਕਦਾ ਵਾ ਇੱਕ ਦੇਸ਼ ਇੱਕ ਚੋਣ, ਯਾਨੀ ਵਨ ਨੇਸ਼ਨ ਵਨ ਪੋਲ ਉੱਪਰ ਕੋਈ ਨਾ ਕੋਈ ਬਿੱਲ ਲਿਆਂਦਾ ਜਾਵੇ, ਕੋਈ ਕਾਨੂੰਨ ਬਣਾਇਆ ਜਾਵੇ। ਔਰ ਜੇ ਇਹੋ ਜਿਹਾ ਬਿੱਲ ਬਣਦਾ ਵਾ ਤੇ ਇਹਦੇ ਕਰਕੇ ਸੰਵਿਧਾਨ ਦੇ ਵਿੱਚ ਕਈ ਪੱਧਰ ਤੇ ਤਬਦੀਲੀਆਂ ਕਰਨੀਆਂ ਪੈਣਗੀਆਂ। ਸਾਡੇ ਨਾਲ ਸਿੰਘ ਸਰਾਂ ਹੁਣੇ ਜੁੜ ਗਏ ਨੇ। ਉਹ ਕਹਿ ਰਹੇ ਨੇ ਜੇਕਰ ਮੈਂ ਗਲਤ ਨਾ ਹੋਵਾਂ ਤਾਂ USA ਵਿੱਚ ਸਾਰੀਆਂ ਸਟੇਟਾਂ ਦੀਆਂ ਚੋਣਾਂ ਰਾਸ਼ਟਰਪਤੀ ਚੋਣ ਨਾਲ ਹੀ ਹੁੰਦੀਆਂ ਹਨ। ਜੇਕਰ ਕਿਸੇ ਸਟੇਟ ਦੀ ਸਰਕਾਰ ਟੁੱਟ ਜਾਂਦੀ ਹੈ ਤਾਂ ਉਸ ਦੀ ਚੋਣ ਬਾਕੀ ਰਹਿੰਦੇ ਸਮੇਂ ਲਈ ਹੋ ਸਕਦੀ ਹੈ। ਇਹ ਸਿੰਘ ਸਰਾਂ ਦਾ ਕਮੈਂਟ ਆਇਆ ਵਾ। ਮੀਨਵਾਈਲ ਸਾਡੇ ਫੇਸਬੁੱਕ ਦੇ ਉੱਪਰ ਮੇਰੇ ਨਿੱਜੀ ਫੇਸਬੁੱਕ ਤੇ ਲਖਵੀਰ ਸਿੰਘ, ਵੀਰ ਤੇਜਿੰਦਰ ਸਿੰਘ ਤੇ ਬਲ ਸਿੰਘ ਬਲਜੀਤ ਹੋਣਾ ਦੇ ਵੀ ਕਮੈਂਟ ਆਏ ਨੇ, ਉਹਨਾਂ ਦਾ ਵੀ ਸ਼ੋਅ ਦੇ ਵਿੱਚ ਸਵਾਗਤ ਹੈ। ਮੀਨਵਾਈਲ ਗੁਰਪ੍ਰੀਤ ਸੇਖੋ ਬੰਟੂ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਜਿਹੜੀਆਂ ਜਿਸ ਸਮੇਂ ਤੋਂ ਪਹਿਲਾਂ ਚੋਣਾਂ ਹੁੰਦੀਆਂ ਵਾ, ਤੇ ਮੈਂ ਦੱਸਣਾ ਚਾਹੁੰਦਾ ਵਾਂ ਕਿ ਇਹਦਾ ਅੱਗੇ ਪ੍ਰੈਸੀਡੈਂਟ ਹੈ, ਅੱਗੇ ਵੀ ਘੱਟੋ ਘੱਟ 6 ਵਾਰੀ ਮੈਨੂੰ ਜਿੱਥੇ ਤੱਕ ਯਾਦ ਆ ਸਮੇਂ ਤੋਂ ਪਹਿਲਾਂ ਚੋਣਾਂ ਹੋਈਆਂ ਸੀ। ਜਿਵੇਂ ਮੈਂ ਹੁਣੇ ਦੱਸ ਕੇ ਹਟਿਆ ਵਾਂ, 1971, 80, 1984, 1991, 98 ਤੇ 99 ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਹੋਈਆਂ ਸਨ। ਇਹ ਕਾਲਰ ਜੁੜ ਗਏ ਨੇ, ਦੇਖਦੇ ਕੀ ਕਹਿੰਦੇ। ਹੈਲੋ ਹਾਂਜੀ ਭਾਈ ਸਾਹਿਬ। ਸਰ ਮੈਂ ਜਲਦ ਤੋਂ ਬੋਲ ਰਿਹਾ, ਰੋਸ਼ਨ ਉਬਰਾਏ। ਹਾਂਜੀ ਉਬਰਾਏ ਸਾਹਿਬ। ਹਾਂਜੀ ਉਹ ਇੱਕ ਵਾਰੀ ਜਿੱਥੇ ਮੈਂ ਤੁਹਾਡਾ ਅੰਨਾ ਹਜ਼ਾਰੇ ਦਾ ਹੋਇਆ ਸੀ, ਤਦ ਇੱਕ ਵਾਰੀ ਸਪੈਸ਼ਲ ਸੈਕਸ਼ਨ ਹੋਇਆ ਸੀ ਜੀ। ਜਦ ਅੰਨਾ ਹਜ਼ਾਰੇ ਦਾ ਮੂਵਮੈਂਟ ਚੱਲ ਰਿਹਾ ਸੀ ਨਾ, ਹਾਂ, ਤਦ ਇੱਕ ਸਪੈਸ਼ਲ ਸੈਕਸ਼ਨ ਬੁਲਾਇਆ ਸੀ ਇਹਨਾਂ ਨੇ। ਓਕੇ, ਉਦੋਂ ਕੀ ਮਸਲਾ ਕੀ ਸੀਗਾ, ਕੀ ਡਿਸਕਸ ਕਰਨਾ ਸੀ ਉਸ ਵੇਲੇ? ਉਹ ਅੰਨਾ ਹਜ਼ਾਰੇ ਨੇ ਉਹ ਕੀਤਾ ਹੋਇਆ ਸੀ ਤੁਹਾਡਾ ਜਨ ਅੰਦੋਲਨ, ਉਹਨੇ ਜਨ ਲੋਕਪਾਲ ਬਿੱਲ ਲਿਆਉਣ ਦੀ ਤਜਵੀਜ਼ ਰੱਖੀ ਸੀ। ਹਾਂ ਉਹਨੇ ਜਿੱਦਾਂ ਆਪਣਾ ਉਹ ਕੀਤਾ ਸੀ ਕਿ ਮਰਨ ਰੱਖਿਆ ਹੋਇਆ ਸੀ, ਤੇ ਉਹ ਬਿਲਕੁਲ ਹੀ ਉਹ ਐਂਡ ਹੋਣ ਵਾਲਾ ਸੀ ਜਿਸ ਟਾਈਮ, ਅਦਰ ਸਪੈਸ਼ਲ ਸੈਕਸ਼ਨ ਬੁਲਾਇਆ ਸੀ। ਓਕੇ, ਥੈਂਕ ਯੂ ਵੈਰੀ ਮਚ ਜੀ। ਮੈਨੂੰ ਇਹਦੇ ਬਾਰੇ ਹੁਣ ਯਾਦ ਨਹੀਂ ਸੀ, ਪਰ ਮੇਰੇ ਹਿਸਾਬ ਦੇ ਨਾਲ 4 ਵਾਰੀ ਇਸ ਤੋਂ ਪਹਿਲਾਂ ਹੋ ਚੁੱਕਾ ਵਾ ਪਿਛਲੇ ਕੁਝ ਸਾਲਾਂ ਦੇ ਵਿੱਚ। ਇਹ
ਇਹ ਤਾਂ 100% ਹੈ ਕਿ ਉਹਨਾਂ ਨੇ ਇਹ ਬੁਲਾਇਆ ਸੀ special, ਇਹਦਾ ਮਤਲਬ ਹੈ ਯਾਨੀ ਕਿ ਤੁਹਾਡੀ ਗੱਲ ਠੀਕ ਹੋਵੇ ਤੇ ਫਿਰ 5 ਵਾਰੀ ਬੁਲਾਇਆ ਹੋਇਆ ਪਿਛਲੇ ਸਾਲਾਂ ਦੇ ਵਿੱਚ 1992 97 2012 13 ਦੀ ਗੱਲ ਹੈ, ਤੁਸੀਂ ਮੇਰੇ ਖਿਆਲ 11 12 ਦੀ ਗੱਲ ਕਰ ਰਹੇ ਜੇ, ਫਿਰ 2015 ਤੇ ਫਿਰ 2017 ਚ ਜੀ। ਹਾਂ ਤੇ ਅਗਰ ਉਹ ਇੱਕ ਵਾਰੀ ਸਪੈਸ਼ਲ ਬੁਲਾਉਂਦੇ ਇਹ ਜੈਸਾ ਵਨ ਨੇਸ਼ਨ ਵਨ ਇਲੈਕਸ਼ਨ ਵਾਲਾ ਤੇ ਉਹਦਾ ਇਹ ਯਾਨੀ ਖਰਚਾ ਹੈ ਜਿਹੜਾ 100 ਲੱਖ ਕਰੋੜ ਰੁਪਏ ਖਰਚਾ ਹੁੰਦਾ। ਨਹੀਂ ਉਹ ਤੇ ਹੈ ਵਾ, ਪਰ ਫਿਰ ਬਹੁਤ ਸਾਰਾ ਖਰਚਾ ਘਟ ਵੀ ਜਾਊਗਾ, ਬਚ ਵੀ ਜਾਊਗਾ ਨਾ। ਨਹੀਂ 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 ਉਹਦਾ ਕੋਈ ਉਹ ਇੰਨੀ ਜਲਦੀ ਹੁੰਦਾ ਨਹੀਂ ਨਾ। ਹਾਂ ਯਾਨੀ ਕਿ 2/3 ਮੈਜੋਰਟੀ ਰਾਜ ਸਭਾ ਚਾਹੀਦੀ ਹੈ, 2/3 ਮੈਜੋਰਟੀ ਲੋਕ ਸਭਾ ਚਾਹੀਦੀ ਹੈ, ਉਹਦੇ ਬਾਅਦ 16 ਸਟੇਟਾਂ ਦਾ ਹੋਣਾ ਚਾਹੀਦਾ ਹੈ। ਹਾਂ ਇਹ ਥੋੜਾ ਜਿਹਾ ਔਖਾ ਵਾ ਕੰਮ, ਇੰਨਾ ਸੌਖਾ ਨਹੀਂਗਾ ਇਸ ਤਰ੍ਹਾਂ ਦਾ ਬਿੱਲ ਲਿਆਉਣਾ, ਕਿਉਂਕਿ ਅੱਜ ਸਵੇਰੇ ਡਿਬੇਟ ਚਲਦੀ ਪਈ ਸੀ ਨਾ, ਉਹਦੇ ਸਾਰੀਆਂ ਦੱਸਦੇ ਫਿਰਦੇ। ਹਾਂ ਕਾਫੀ ਮੁਸ਼ਕਿਲ ਹੈ ਜੀ, ਰਾਜ ਸਭਾ ਦੇ ਵਿੱਚ ਇਹੋ ਜਿਹੀ ਮੈਜੋਰਿਟੀ ਇਹਨਾਂ ਕੋਲ ਹੈ ਨਹੀਂ ਕਿ ਜਿਹਦੇ ਤੇ ਇਹੋ ਜਿਹਾ ਬਿੱਲ ਪਾਸ ਕਰਨ, ਪਰ ਖੈਰ ਉਹ ਤੇ ਜੋੜ ਤੋੜ ਹੋ ਸਕਦੇ ਆ, ਬਿੱਲ ਲਿਆਉਣ ਵਾਸਤੇ ਕੋਈ ਅਰੇਂਜਮੈਂਟ ਵੀ ਹੋ ਸਕਦੀ। 16 ਸਟੇਟਾਂ ਚਾਹੀਦੀਆਂ, ਰਾਜ ਸਭਾ ਚਾਹੀਦਾ ਹੈ, ਇੱਥੇ 2/3 ਮੈਜੋਰਟੀ ਚਾਹੀਦੀ ਹੈ, ਤੇ ਇਹ ਵੀ ਨਹੀਂ ਹੋ ਸਕਦਾ ਜੀ ਦੋਨੋਂ ਹੋ ਸਕਦਾ ਸੈਕਸ਼ਨ ਬੁਲਾ ਕੇ, ਉਹ ਵੀ ਨਹੀਂ ਹੋ ਸਕਦਾ। ਹਾਂ ਕੁਝ ਸਟੇਟਾਂ ਵੱਲੋਂ ਵੀ ਮਤੇ ਪਾਸ ਹੋਣੇ ਚਾਹੀਦੇ ਆ ਇਸ ਬਾਰੇ ਜੀ। 16 ਸਟੇਟਾਂ ਨੇ, 16 ਸਟੇਟਾਂ ਕਿੰਨੀਆਂ? 16 ਸੋ ਓਕੇ ਓਕੇ, ਸੋ ਸੇ ਕਾਫੀ ਮੁਸ਼ਕਿਲ ਹੈ। ਵੈਸੇ ਤੁਸੀਂ ਇਹਦੇ ਹੱਕ ਦੇ ਵਿੱਚ ਕਿ ਨਹੀਂ? ਨਹੀਂ 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 ਨਹੀਂ। ਓਕੇ, ਸੋ ਤੁਹਾਨੂੰ ਕੀ ਲੱਗਦਾ ਫਿਰ ਇਹ ਕਾਹਦੇ ਵਾਸਤੇ ਸੱਦਿਆ ਗਿਆ ਸਪੈਸ਼ਲ ਸੈਸ਼ਨ? ਉਹ ਜਦ ਉਹ ਕਹਿੰਦਾ ਮਰਦਾ ਕੀ ਨਾ ਕਰਦਾ। ਓਕੇ, ਸੋ ਇੱਕ ਡੈਸਪਰੇਟ ਜੀ ਹਾਲਤ ਹੈ, ਬੁਖਲਾਈ ਹੋਈ ਹੈ ਸਰਕਾਰ। 60% ਵੋਟ ਇਹਨਾਂ ਦੀ ਹੈ ਤੇ 31% ਵੋਟ ਇਹਨਾਂ ਨੂੰ ਮਿਲੀ ਸੀ ਲਾਸਟ ਚਾਚਾ ਦਾ ਜਿੱਤੇ ਨੇ 31% ਵੋਟ ਇਹਨਾਂ ਦੇ ਸੀ। ਰਾਈਟ, ਮਿਹਰਬਾਨੀ, ਥੈਂਕ ਯੂ ਅਬਰਾਜ ਜੀ, ਤੁਸੀਂ ਆ ਸਾਰੀ ਜਾਣਕਾਰੀ ਸ਼ੇਅਰ ਕੀਤੀ ਹੈ। ਜੇ ਤੁਹਾਡੇ ਕਿਸੇ ਹੋਰ ਕੋਲ ਵੀ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਸ਼ੇਅਰ ਕਰੋ। ਵਿਚਾਰ ਚਰਚਾ ਇਸੇ ਕਰਕੇ ਹੋ ਰਹੀ ਹੈ ਕਿ ਕੀ ਸਪੈਸ਼ਲ ਇਜਲਾਸ ਸੱਦਣਾ ਚਾਹੀਦਾ ਵਾ, ਔਰ ਜੇ ਸਪੈਸ਼ਲ ਇਜਲਾਸ ਸੱਦਿਆ ਗਿਆ ਤੇ ਕੀ ਲੱਗਦਾ ਵਾ ਕੀ ਉਹਦੇ ਵਿੱਚ ਮਤੇ ਪਾਸ ਕੀਤੇ ਜਾਣਗੇ ਜਾਂ ਕੀ ਉਹਦੇ ਵਿੱਚ ਬਿੱਲ ਲਿਆਂਦੇ ਜਾਣਗੇ, ਔਰ ਅੱਗੇ ਸਪੈਸ਼ਲ ਸੈਸ਼ਨ ਕਦੋਂ ਹੋਇਆ। ਹੁਣੇ ਓਬਰਾਏ ਸਾਹਿਬ ਦੱਸ ਕੇ ਗਏ ਆ ਕਿ ਅੰਨਾ ਹਜ਼ਾਰੇ ਜਦੋਂ ਉਹ ਜਨ ਲੋਕਪਾਲ ਦੀ ਗੱਲ ਕਰ ਰਹੇ ਸਨ ਔਰ ਉਹਨਾਂ ਨੇ ਮਰਨ ਵਰਤ ਰੱਖਿਆ ਸੀਗਾ, ਉਹਨਾਂ ਨੂੰ ਮਰਨ ਵਰਤ ਤੋੜਾਉਣ ਵਾਸਤੇ ਇੱਕ ਸਪੈਸ਼ਲ ਸੈਸ਼ਨ ਸੱਦਿਆ ਗਿਆ ਸੀ ਜਿੱਥੇ ਇਹਦੇ ਬਾਰੇ ਡਿਸਕਸ਼ਨ ਹੋਈ ਸੀ। ਪਰ ਅਫਸੋਸ ਦੀ ਗੱਲ ਹੈ ਕਿ ਅੱਜ ਤੱਕ ਵੀ ਉਹ ਜਿਹਾ ਜਨ ਲੋਕਪਾਲ ਜਿਹੜਾ ਵਾ ਉਹ ਬਣ ਨਹੀਂ ਸਕਿਆ ਜਿਹੋ ਜਿਹੀ ਉਦੋਂ ਮੰਗ ਹੋ ਰਹੀ ਸੀ। ਉਸ ਤੋਂ ਪਹਿਲਾਂ ਵੀ ਸਪੈਸ਼ਲ ਸੈਸ਼ਨ ਸੱਦਿਆ ਗਿਆ ਸੀਗਾ 1992 ਦੇ ਵਿੱਚ, ਜਦੋਂ ਕੁਇਟ ਇੰਡੀਆ ਮੂਵਮੈਂਟ ਦੇ 50ਵੀਂ ਵਰ੍ਹੇਗੰਢ ਸੀ। ਫਿਰ 1997 ਦੇ ਵਿੱਚ ਜਦੋਂ ਭਾਰਤੀ ਆਜ਼ਾਦੀ ਦਿਵਸ ਦੀ ਗੋਲਡਨ ਜੂਬਲੀ ਸੀ। ਫਿਰ ਨਵੰਬਰ 2015 ਦੇ ਵਿੱਚ ਵੀ ਬਾਬਾ ਸਾਹਿਬ ਅੰਬੇਦਕਰ ਦੇ 125ਵੇਂ ਜਨਮ ਦਿਹਾੜੇ ਤੇ ਜੂਨ 2017 ਜਦੋਂ GST ਰੋਲ ਆਊਟ ਹੋਇਆ ਉਦੋਂ ਵੀ ਸਪੈਸ਼ਲ ਸੈਸ਼ਨ ਸੱਦਿਆ ਗਿਆ ਸੀ। ਕੀ ਚੋਣਾਂ ਸਮੇਂ ਤੋਂ ਪਹਿਲਾਂ ਵੀ ਹੋ ਸਕਦੀਆਂ ਵਾ, ਉਹਦੇ ਬਾਰੇ ਮੈਂ ਤੁਹਾਨੂੰ ਦੱਸ ਹੀ ਚੁੱਕਾ ਵਾਂ ਕਿ ਘੱਟੋ ਘੱਟ ਇਹ 6 ਵਾਰੀ ਸਮੇਂ ਤੋਂ ਪਹਿਲਾਂ ਚੋਣਾਂ ਹੋ ਚੁੱਕੀਆਂ ਵਾ। ਮੀਨਵਾਈਲ ਸਾਡੇ ਨਾਲ ਗੁਰਪ੍ਰੀਤ ਸੇਖੋਂ ਬੰਟੂ ਵੀ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਮਿਸਕੀ ਗੁਪਤਾ ਕਹਿ ਰਹੇ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਤੱਕ ਸੀਮਤ ਹੋਵੇਗਾ। ਸੋ ਉਹਨਾਂ ਨੂੰ ਲੱਗਦਾ ਵਾ ਕੋਈ ਵੱਡੀ ਗੱਲ ਨਹੀਂ, ਸਿਰਫ ਨਵਾਂ ਸੰਸਦ ਭਵਨ ਦਾ ਉਦਘਾਟਨ ਹੋਊਗਾ, ਉਹਦੇ 'ਚ ਨਵਾਂ ਸੈਸ਼ਨ ਕੀਤਾ ਜਾਊਗਾ, ਕੁਝ ਮਤੇ ਪਾਸ ਕੀਤੇ ਜਾ ਸਕਦੇ, ਪਰ ਇਸ ਤੋਂ ਵੱਧ ਸ਼ਾਇਦ ਕੁਝ ਨਹੀਂ ਵੱਡਾ ਫੈਸਲਾ ਨਹੀਂ ਲਿਆ ਜਾਵੇਗਾ। ਮਨਜੀਤ ਸੁਰਖਾਂ ਉਹਨਾਂ ਦਾ ਕਮੈਂਟ ਫੇਸਬੁੱਕ ਦੇ ਉੱਪਰ ਆਇਆ ਵਾ। ਉਹ ਕਹਿ ਰਹੇ ਨੇ 75 ਸਾਲਾਂ ਤੋਂ ਸਰਕਾਰ ਬਦਲੀ ਜਾ ਰਹੇ ਨੇ ਸਾਰੇ, ਪਰ ਸੁਧਾਰ ਫਿਰ ਵੀ ਨਹੀਂ ਹੋ ਰਿਹਾ। ਕਈ ਵਾਰ ਹਾਸਾ ਆਉਂਦਾ ਕਿ ਅਸੀਂ 5 ਸਾਲਾਂ ਬਾਅਦ ਡਰਾਈਵਰ ਬਦਲੀ ਜਾ ਰਹੇ ਹਾਂ ਪਰ ਬੱਸ ਬਦਲ ਨਹੀਂ ਰਹੇ। ਸਰਕਾਰਾਂ ਬਦਲਣ ਨਾਲੋਂ ਅਸਲ ਵਿੱਚ ਅਫਸਰਸ਼ਾਹੀ ਬਦਲਣ ਦੀ ਲੋੜ ਹੈ। ਅੱਛਾ, ਚਲੋ ਇਹਦੇ ਬਾਰੇ ਵੀ ਕਿਸੇ ਦਿਨ ਲੈ ਕੇ ਆਵਾਂਗੇ ਵਿਚਾਰ ਚਰਚਾ ਕਿ ਅਫਸਰਸ਼ਾਹੀ ਦੇ ਵਿੱਚ ਕਿਹੋ ਜਿਹੀ ਤਬਦੀਲੀ ਕਰਨ ਦੀ ਲੋੜ ਹੈ। ਮੀਨਵੇਲ ਪਾਲੀ ਗਿੱਦਰਬਾ ਵੀ ਸਾਡੇ ਨਾਲ ਜੁੜ ਗਏ ਨੇ। ਗੁੱਡ ਮਾਰਨਿੰਗ ਕਹਿ ਰਹੇ ਨੇ, ਸ਼ੁਭ ਸਵੇਰ ਜੀ ਪਾਲੀ ਗਿੱਦਰਬਾ ਜੀ। ਵਿਲ ਟੇਕ ਦ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਮੈਂ ਗੁਰਦੀਪ ਸਿੰਘ ਕੈਲੀਫੋਰਨੀਆ ਤੋਂ ਬੋਲ ਰਿਹਾ। ਕੈਲੀਫੋਰਨੀਆ ਤੋਂ ਕੌਣ ਜੀ? ਗੁਰਦੀਪ ਸਿੰਘ ਬੋਲਦਾ। ਹਾਂਜੀ ਗੁਰਦੀਪ ਸਿੰਘ ਜੀ। ਦੇਖੋ ਜੀ, ਪਹਿਲਾਂ ਤਾਂ ਇਹ ਆ ਵੀ ਲੋਕ ਮੋਦੀ ਨੂੰ ਕਹੀ ਜਾਂਦੇ ਡਰਿਆ, ਕਰਪਟ ਬੰਦੇ ਸਾਰੇ ਇੱਕ ਪਾਸੇ ਹੋਈ ਜਾਂਦੇ, ਡਰੇ ਤਾਂ ਉਹ ਫਿਰਦੇ ਆ। ਜਿਹੜੇ ਕਰਪਟ ਬੰਦੇ ਉਹ ਸਾਰੇ ਇੱਕ ਪਾਸੇ ਹੋਈ ਜਾਂਦੇ ਆ। ਹਾਂ ਤੇ ਲਾਲੂ ਪ੍ਰਸਾਦ ਯਾਦਵ ਹੈ, ਕੇਜਰੀਵਾਲ ਅੱਡ ਭੱਜਿਆ ਫਿਰਦਾ ਜੀ।
ਕਾਂਗਰਸ ਵਾਲੇ ਵੀ ਨਾਲ ਹੀ ਆ। ਕਾਂਗਰਸ ਤੇ ਕਾਂਗਰਸ ਹੁਣ ਤਾਂ ਦੇਖੋ ਪੰਜਾਬ 'ਚ ਕੀ ਕੰਬੀਨੇਸ਼ਨ ਇਹਨਾਂ ਦੇ। ਕੱਲ ਤੱਕ ਤਾਂ ਕਹਿੰਦੇ ਸੀ ਉਹ ਕਹਿੰਦਾ ਸੀ ਅਮਰੂਦਾਂ ਵੱਡੇ ਨਹੀਂ ਪੁੱਛਦੇ ਇਹਨਾਂ ਨੂੰ ਕੋਈ ਸੈਂਸ ਨਹੀਂ, ਸਾਡੇ ਲੋਕਾਂ ਦੀ ਕੋਈ ਸੈਂਸ ਨਹੀਂ ਲੱਗਦੀ, ਨਾ ਹੀ ਕੋਈ ਲੀਡਰਾਂ ਦੀ ਸੈਂਸ ਹੈ। ਸੋ ਇਹ ਕੀ ਲੋਕਤੰਤਰ ਕਿਹੜੇ ਪਾਸੇ ਜਾ ਰਿਹਾ ਗੁਰਦੀਪ ਸਿੰਘ ਜੀ? ਪਰ ਜੇ ਕੋਈ ਫਾਈਨੈਂਸ਼ੀਅਲ ਦੇਖੋ ਮੁਲਕ ਤਾਂ ਹੀ ਤਰੱਕੀ ਕਰੂ ਜੇ ਤੁਸੀਂ ਫਾਈਨੈਂਸ਼ੀਅਲ ਤੌਰ ਤੇ ਸਟਰੋਂਗ ਹੋਵੋਗੇ। ਜੇ ਗਵਰਨਮੈਂਟ ਕੋਸ਼ਿਸ਼ ਕਰਦੀ ਪੈਸੇ ਬਚ ਜਾਣ ਤੇ ਮਾੜਾ ਕੀ ਹੈ। ਓਕੇ, ਪਰ ਉਹਦੇ ਦਿੱਕਤ ਇਹ ਹੋਊਗੀ ਜਿਵੇਂ ਹੁਣ ਜੇ ਇਕੱਠੀਆਂ ਚੋਣਾਂ ਹੋ ਜਾਂਦੀਆਂ ਵਾ, ਜਿਵੇਂ ਪੰਜਾਬ 'ਚ ਹੁਣ 1.5 ਸਾਲ ਹੋਇਆ ਚੋਣਾਂ ਨੂੰ, ਤੇ ਫਿਰ ਇਹ ਕੀ ਫਾਇਦਾ 1.5 ਸਾਲ ਪਹਿਲਾਂ ਚੋਣਾਂ ਕਰਾਉਣ ਦਾ? ਫਿਰ ਉਹ ਹੀ ਔਰ ਇੱਕ ਚੁਣੀ ਹੋਈ ਸਰਕਾਰ ਨੂੰ ਭੰਗ ਕਰਨਾ ਕੀ ਸਹੀ ਹੋਊਗਾ? ਨਹੀਂ ਇਕੱਲੇ ਪੰਜਾਬ ਦੇ ਨਹੀਂ, ਜਿਹੜਾ ਇੰਡੀਆ ਲੈਵਲ ਤੇ ਦੇਖੋ ਅਮਰੀਕਾ ਦੇ ਵਿੱਚ ਵੀ ਐਵੇਂ ਹੁੰਦਾ ਹੈ। ਨਹੀਂ, ਇੰਡੀਆ 'ਚ ਹੀ ਪਹਿਲਾਂ 1967 ਤੋਂ ਪਹਿਲਾਂ ਇਦਾਂ ਹੀ ਹੁੰਦਾ ਸੀ। ਤੇ ਜੇ ਇੱਕ ਵਾਰੀ ਤਾਂ ਹੋਊਗਾ ਜੀ, ਇੱਕ ਵਾਰੀ ਤਾਂ ਪੀੜ ਲੱਗੂਗੀ ਸਾਰਿਆਂ ਨੂੰ। ਸੋ ਤੁਸੀਂ ਇੱਕ ਮੁਲਕ ਇੱਕ ਚੋਣ ਦੇ ਹੱਕ ਦੇ ਵਿੱਚ ਜੇ ਤੁਸੀਂ। ਹਾਂਜੀ, ਓਕੇ, ਮਿਹਰਬਾਨੀ, ਥੈਂਕ ਯੂ। ਪੈਸਾ ਬਚਾਉਣਾ ਫਿਰ ਤਾਂ ਠੀਕ ਹੈ ਜੀ। ਮਿਹਰਬਾਨੀ, ਥੈਂਕ ਯੂ ਭਾਈ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਗੁਰਦੀਪ ਸਿੰਘ ਜੀ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਕਿ ਲੋਕਤੰਤਰ ਦੇ ਵਿੱਚ ਕੋਈ ਵੀ ਇਜਲਾਸ ਸੱਦਣਾ ਬਿਨਾਂ ਏਜੰਡਾ ਦਿੱਤੇ ਇਹ ਪਬਲਿਕ ਵਾਸਤੇ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ, ਔਰ ਨਾ ਹੀ ਵਿਰੋਧੀ ਧਿਰਾਂ ਦੇ ਹਿੱਤ ਦੇ ਵਿੱਚ ਆ। ਇਹ ਗਲਤ ਰਵਾਇਤ ਹੈ। ਮੇਰੇ ਖਿਆਲ ਮੈਂ ਸਹਿਮਤ ਹਾਂ ਸਤਨਾਮ ਸਿੰਘ ਧਾਮੀ ਨਾਲ। ਆਫਟਰ ਆਲ ਪਹਿਲਾਂ ਕੰਸੈਂਸਸ ਬਣਾਉਣਾ ਚਾਹੀਦਾ ਕਿ ਅਸੀਂ ਸਪੈਸ਼ਲ ਸੈਸ਼ਨ ਸੱਦਣਾ, ਕਿਉਂਕਿ ਸੈਸ਼ਨ ਜਿਹੜਾ ਉਹ ਸਿਰਫ ਸਰਕਾਰ ਦਾ ਨਹੀਂ ਹੁੰਦਾ, ਉਹਦੇ 'ਚ ਵਿਰੋਧੀ ਧਿਰ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਸੋ ਜਿੰਨਾ ਚਿਰ ਤੱਕ ਤੁਸੀਂ ਵਿਰੋਧੀ ਧਿਰ ਬਾਕੀ ਪਾਰਟੀਆਂ ਨੂੰ ਤੁਸੀਂ ਉਹਨਾਂ ਦੀ ਸਹਿਮਤੀ ਨਾ ਹੋਵੇ, ਉਹਨਾਂ ਨਾਲ ਵਿਚਾਰ ਚਰਚਾ ਨਾ ਹੋਵੇ, ਤੇ ਇੱਕ ਸਪੈਸ਼ਲ ਸੈਸ਼ਨ ਸੱਦਣਾ ਸ਼ਾਇਦ ਨਹੀਂ, ਇੱਕ ਜਿਹੜੀ ਬਹੁਮਤ ਆ ਉਹਦਾ ਦੁਰਉਪਯੋਗ ਆ। ਵੈਸੇ ਨਾਰਮਲੀ 3 ਸੈਸ਼ਨ ਹੁੰਦੇ ਆ। ਇੱਕ ਵਿੰਟਰ ਸੈਸ਼ਨ ਹੁੰਦਾ, ਸਰਦ ਰੁੱਤ ਸੈਸ਼ਨ ਜਿਹਨੂੰ ਕਹੀਦਾ, ਇੱਕ ਮੌਨਸੂਨ ਸੈਸ਼ਨ ਹੁੰਦਾ ਜਿਹੜਾ ਬਾਰਿਸ਼ਾਂ ਦੇ ਵੇਲੇ ਹੁੰਦਾ, ਤੇ ਇੱਕ ਹੋਰ ਸੈਸ਼ਨ, ਇੱਕ ਬਜਟ ਸੈਸ਼ਨ ਸੱਦਿਆ ਜਾਂਦਾ। ਇਹ 3 ਸੈਸ਼ਨ ਜਿਹੜੇ ਨੇ ਇਹ ਤਾਂ ਹਮੇਸ਼ਾ ਸੱਦੇ ਹੀ ਜਾਂਦੇ ਆ। ਕਈ ਵਾਰ ਕਈ ਸਟੇਟਾਂ ਦੇ ਵਿੱਚ ਵੀ ਜਦੋਂ ਸਪੈਸ਼ਲ ਸੈਸ਼ਨ ਸੱਦਿਆ ਗਿਆ ਵਾ ਉਦੋਂ ਉਹਦੀ ਹਰ ਤਰੀਕੇ ਦੀ ਆਲੋਚਨਾ ਵੀ ਹੁੰਦੀ ਰਹੀ ਆ। ਲਾਲ ਸਿੰਘ ਬੁਢਲਾਡਾ ਦਾ ਵਿਚਾਰ ਆਇਆ ਵਾ ਕਿ ਸੈਸ਼ਨ ਦੇ ਵਿੱਚ ਇਸ ਕਰਕੇ ਸੱਦਿਆ ਹੈ ਹਿੰਦੂ ਰਾਸ਼ਟਰਵਾਦ ਦਾ ਏਜੰਡਾ ਬਣਾਉਣਾ ਹੈ, ਹੋਰ ਕੋਈ ਗੱਲ ਨਹੀਂ। ਇੱਦਾਂ ਦਾ ਮਤਾ ਤਾਂ ਨਹੀਂ ਉੱਥੇ ਪਾਸ ਹੋ ਸਕਦਾ। ਸੈਸ਼ਨ ਦੇ ਵਿੱਚ ਬਹੁਤ ਵਾਈਡ ਸਪੈਕਟਰਮ ਦੀ ਗੱਲ ਤੁਸੀਂ ਕੀਤੀ ਹੈ ਹਿੰਦੂ ਰਾਸ਼ਟਰਵਾਦ ਦੀ, ਲਾਲ ਸਿੰਘ ਜੀ। ਮੇਰੇ ਨਾਲ ਜਸਵਿੰਦਰ ਸਿੰਘ ਹੁਣਾਂ ਦਾ ਕਮੈਂਟ ਆਇਆ ਵਾ। ਮੈਂ ਇੱਥੇ ਵੀ ਦੱਸਦਾ ਜਸਵਿੰਦਰ ਸਿੰਘ ਦਾ ਕਮੈਂਟ ਪੜ੍ਹਨ ਤੋਂ ਪਹਿਲਾਂ ਕਿ ਇਸ ਵੇਲੇ ਫੋਨ ਲਾਈਨਸ ਅਵੇਲੇਬਲ ਆ, ਖਾਲੀ ਆ। ਜੇ ਤੁਸੀਂ ਕਾਲ ਕਰਨਾ ਚਾਹੋ ਤੇ ਕਾਲ ਕਰ ਸਕਦੇ ਜੇ ਕਿ ਸਪੈਸ਼ਲ ਸੈਸ਼ਨ ਕਿਉਂ ਸੱਦਿਆ ਗਿਆ, ਕੀ ਲੱਗਦਾ ਵਾ ਇਹਦੇ 'ਚ ਏਜੰਡਾ ਹੋਊਗਾ, ਕੀ ਵਨ ਨੇਸ਼ਨ ਵਨ ਇਲੈਕਸ਼ਨ ਚੰਗੀ ਗੱਲ ਆ, ਕੀ ਸਮੇਂ ਤੋਂ ਪਹਿਲਾਂ ਇਲੈਕਸ਼ਨ ਹੋਣੀ ਚਾਹੀਦੀ ਆ, ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਦੇ ਸਕਦੇ। ਜਸਵਿੰਦਰ ਸਿੰਘ ਕਹਿ ਰਹੇ ਨੇ ਕਿ ਇਹ ਵੀ ਹੋ ਸਕਦਾ ਹੈ ਕਿ ਬੀਜੇਪੀ ਦੀ ਸਰਕਾਰ ਨਵੀਂ ਇੰਡੀਆ ਗੱਠਜੋੜ ਤੋਂ ਘਬਰਾ ਕੇ ਨਵੀਂ ਇਮਾਰਤ ਸੈਸ਼ਨ ਤਾਂ ਕਰਦੀ ਹੋਵੇ, ਕਿ ਹੋ ਸਕਦਾ ਵਾ ਚੋਣਾਂ ਤੋਂ ਬਾਅਦ ਮੌਕਾ ਨਾ ਹੀ ਮਿਲੇ। ਇਹ ਜਸਵਿੰਦਰ ਸਿੰਘ ਦਾ ਕਮੈਂਟ ਹੈ ਕਿ ਨਵਾਂ ਜਿਹੜਾ ਸੰਸਦ ਬਣਾਇਆ ਗਿਆ ਵਾ, ਐਟਲੀਸਟ ਉਹਦੀ ਜਿਹੜੀ ਇਨੋਗਰੇਸ਼ਨ ਹੋਵੇ ਔਰ ਉਹਦੀ ਪਹਿਲਾ ਸੈਸ਼ਨ ਹੋਵੇ, ਤੇ ਇਹ ਐਟਲੀਸਟ ਉਹਦੇ 'ਚ ਲਿਖਿਆ ਜਾਊਗਾ ਕਿ ਪਹਿਲਾ ਸੈਸ਼ਨ ਜਿਹੜਾ ਸੀ ਇਹ ਭਾਜਪਾ ਸਰਕਾਰ ਦਾ ਸੀ। ਪਰ ਜਸਵਿੰਦਰ ਸਿੰਘ ਜੀ ਇਸ ਵੇਲੇ ਤੇ ਸਰਕਾਰ ਦੀ ਪੋਜੀਸ਼ਨ ਕਾਫੀ ਸਟਰੋਂਗ ਲੱਗ ਰਹੀ ਹੈ। ਭਾਵੇਂ ਠੀਕ ਹੈ ਇੰਡੀਆ ਗੱਠਜੋੜ ਦੀਆਂ ਮੀਟਿੰਗਾਂ ਹੋ ਰਹੀਆਂ ਵਾ, ਹੁਣੇ ਮੁੰਬਈ 'ਚ ਮੀਟਿੰਗ ਹੋ ਕੇ ਹਟੀ ਆ, ਪਰ ਕੋਈ ਉੱਥੇ 'ਚ ਵੀ ਮੀਟਿੰਗ 'ਚ ਕੀ ਹੋਇਆ ਕੋਈ ਬਹੁਤੀ ਉਹਦੇ ਬਾਰੇ ਕਲੈਰਿਟੀ ਨਹੀਂ। ਸੋ ਮੇਰਾ ਖਿਆਲ ਹੈ ਇੰਨੀ ਸਰਕਾਰ ਨੂੰ ਇੰਨੀ ਘਬਰਾਹਟ ਵਾਲੀ ਗੱਲ ਤੇ ਸਰਕਾਰ ਦੇ ਪੱਖੋਂ ਨਜ਼ਰ ਨਹੀਂ ਆਉਂਦੀ। ਮੀਨਵਾਈਲ ਮਿਸਕੀ ਗੁਪਤਾ ਕਹਿ ਰਹੇ ਨੇ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ, ਜ਼ੇਬ ਭਰੋ। ਇਹ ਇਸ ਵੇਲੇ ਹਾਲਾਤ ਬਣੇ ਹੋਏ ਨੇ। ਪਾਲੀ ਗਿੱਦਰਬਾ ਉਹਨਾਂ ਦਾ ਫੇਸਬੁੱਕ ਦੇ ਉੱਪਰ ਕਮੈਂਟ ਆਇਆ ਵਾ ਕਿ ਮਸਲਾ ਬੀਜੇਪੀ ਦੇ ਵਿਰੁੱਧ ਆਮ ਲੋਕਾਂ ਦੇ ਸਮੀਕਰਨਾਂ ਦਾ ਹੈ, ਹੋਰ ਕੋਈ ਮਸਲਾ ਨਹੀਂ। ਇਹ ਪਾਲੀ ਗਿੱਦਰਬਾ ਦਾ ਕਮੈਂਟ ਹੈ। ਮੈਂ ਇੱਥੇ ਵੀ ਦੱਸ ਦੇਵਾਂ ਕਿ ਕੁਝ ਅਟਕਲਾਂ ਇਹ ਵੀ ਲੱਗ ਰਹੀਆਂ ਵਾ ਵੀ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਹੋ ਸਕਦਾ ਵਾ ਕੁਝ ਮਤੇ ਪਾਸ ਕੀਤੇ ਜਾਣ। ਮੋਦੀ ਸਰਕਾਰ ਦੀ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਅੰਤਰਰਾਸ਼ਟਰੀ ਪੱਧਰ 'ਤੇ ਜਿਹੜੀ ਉਹਨਾਂ ਦੀ ਇਸ ਵੇਲੇ ਲੀਡਰਸ਼ਿਪ ਦੀ ਸ਼ਲਾਘਾ ਹੋ ਰਹੀ ਆ, ਸ਼ਾਇਦ ਉਹਦੇ ਬਾਰੇ ਵੀ ਮਤਾ ਲਿਆਂਦਾ ਜਾ ਸਕਦਾ ਵਾ। ਜਿਹੜਾ ਚੰਦਰਮਾ ਦੇ ਉੱਪਰ ਸਾਡਾ ਚੰਦਰਯਾਨ ਪਹੁੰਚਿਆ ਵਾ, ਸਪੇਸ ਕ੍ਰਾਫਟ ਪਹੁੰਚਿਆ ਵਾ, ਉਹਦੇ ਬਾਰੇ ਵੀ ਮਤਾ ਪਾਸ ਕੀਤਾ ਜਾ ਸਕਦਾ ਵਾ। ਇਸ ਤੋਂ ਬਾਅਦ ਸ਼ਾਇਦ ਇੰਡੀਆ 2047 ਬਾਰੇ ਵੀ ਕੋਈ ਡਿਸਕਸ਼ਨ ਹੋ ਸਕਦੀ ਹੈ ਵੀ ਅੱਜ ਤੋਂ 20 ਸਾਲਾਂ ਬਾਅਦ ਭਾਰਤ ਦੀ ਸਥਿਤੀ ਕੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਦੀ
ਤਰੱਕੀ ਭਾਰਤ ਨੂੰ ਕਰਨੀ ਚਾਹੀਦੀ ਹੈ। ਬਾਕੀ ਯੂਨੀਫਾਰਮ ਸਿਵਲ ਕੋਡ ਦੇ ਉੱਪਰ ਵੀ ਡਿਸਕਸ਼ਨ ਹੋ ਸਕਦੀ ਹੈ, ਵਿਮਨਸ ਕੋਟਾ ਬਿੱਲ ਦੇ ਉੱਪਰ ਵੀ ਡਿਸਕਸ਼ਨ ਹੋ ਸਕਦੀ ਹੈ। ਇਹ ਅਟਕਲਾਂ ਲਾਈਆਂ ਜਾ ਰਹੀਆਂ। ਮੀਨਵਾਈਲ ਲਾਲ ਸਿੰਘ ਬੁਢਲਾਡਾ ਤੋਂ ਪਹਿਲੋਂ ਹੁਣੇ ਕਮੈਂਟ ਆਇਆ ਦਰਸ਼ਨ ਧਾਲੀਵਾਲ ਦਾ। ਉਹ ਕਹਿ ਰਹੇ ਨੇ ਕਿ ਲੋਕਤੰਤਰ ਜਰਨਲ ਆਫ ਡੈਮੋਕ੍ਰੇਸੀ ਕੋਈ ਮੈਗਜ਼ੀਨ ਆ, ਉਹਦੇ 'ਚ ਇੱਕ ਆਰਟੀਕਲ ਆਇਆ ਵਾ ਜਿਹੜਾ ਕਹਿ ਰਿਹਾ ਕਿ ਇੰਡੀਆ ਦੇ ਵਿੱਚ ਲੋਕਤੰਤਰ ਰਿਸੈਸ਼ਨ ਦਾ ਇੰਡੀਆ ਜਿਹੜਾ ਵਾ ਭਾਰਤ ਇੱਕ ਉਦਾਹਰਨ ਹੈ। ਬੜਾ ਇੰਟਰਸਟਿੰਗ ਟਰਮ ਉਹਨਾਂ ਨੇ ਯੂਜ਼ ਕੀਤੀ ਹੈ ਦਰਸ਼ਨ ਧਾਲੀਵਾਲ ਨੇ, ਡੈਮੋਕ੍ਰੈਟਿਕ ਰਿਸੈਸ਼ਨ, ਲੋਕਤਾਂਤਰਿਕ ਪਿਛੜਾਪਨ ਜਾਂ ਗਿਰਾਵਟ। ਫਰੀडम ਹਾਊਸ ਨੇ ਕਿਹਾ ਵਾ ਕਿ ਭਾਜਪਾ ਦੇ ਰਾਜ ਦੇ ਵਿੱਚ ਇੰਡੀਆ ਜਿਹੜਾ ਵਾ ਇੱਕ ਪੂਰੀ ਡੈਮੋਕ੍ਰੇਸੀ ਤੋਂ ਪਾਰਸ਼ਲ ਡੈਮੋਕ੍ਰੇਸੀ ਬਣ ਗਿਆ ਵਾ। ਦਰਸ਼ਨ ਧਾਲੀਵਾਲ ਦਾ ਇਹ ਕਮੈਂਟ ਹੈ। ਮੀਨਵਾਈਲ ਬਲ ਸਿੰਘ ਬਲਜੀਤ ਹੋਣਾ ਦਾ ਕਮੈਂਟ ਹੈ ਕਿ ਕੀ ਸਰਕਾਰ ਦਾ ਮਕਸਦ ਇਕੱਠੀਆਂ ਇਲੈਕਸ਼ਨਾਂ, ਦੇਸ਼ ਦਾ ਖਰਚਾ ਤੇ ਟਾਈਮ ਬਚਾਉਣਾ ਜਾਂ ਸਾਰੇ ਦੇਸ਼ ਵਿੱਚ BJP RSS ਦਾ ਰਾਜ ਕਾਇਮ ਕਰਨਾ। ਦੇਖੋ ਹਰ ਪਾਰਟੀ ਦਾ ਜਾਂ BJP ਦਾ ਇਹ ਹਿਡਨ ਏਜੰਡਾ ਤੇ ਹੋ ਸਕਦਾ ਵਾ, ਪਰ ਉਹਦੇ ਨਾਲ ਵਨ ਨੇਸ਼ਨ ਵਨ ਪੋਲ ਨਾਲ ਇਹ ਕਿਵੇਂ ਇਹ ਮਸਲਾ ਜਾਂ ਇਹਨਾਂ ਦਾ ਮਕਸਦ ਹੱਲ ਹੋਊਗਾ, ਇਹਦੇ ਬਾਰੇ ਮੇਰੇ ਖਿਆਲ ਬਲ ਸਿੰਘ ਜੀ ਕੋਈ ਕਲੈਰਿਟੀ ਨਹੀਂ। ਮੀਨਵਾਈਲ ਮਨਜੀਤ ਸੁਰਖਾ ਦਾ ਵੀ ਤਾਜ਼ਾ ਕਮੈਂਟ ਆਇਆ, ਉਹ ਵੀ ਤੁਸੀਂ ਦੇਖ ਸਕਦੇ ਜੀ। ਬਹੁਤ ਅਹਿਮ ਵਿਚਾਰ ਚਰਚਾ ਹੋ ਰਹੀ ਹੈ, ਔਰ ਕਿਉਂਕਿ ਹਾਲੀ 5-4 ਮਿੰਟ ਹੈਗੇ ਆ, ਤੁਸੀਂ ਆਪਣੇ ਕਮੈਂਟਸ ਜਿਹੜੇ ਨੇ ਉਹ ਦੇ ਸਕਦੇ ਜੀ। ਮੈਂ ਇੱਥੇ ਦੱਸਣਾ ਚਾਹੁੰਦਾ ਵਾਂ ਕਿ ਸਮੇਂ ਤੋਂ ਪਹਿਲਾਂ ਇਲੈਕਸ਼ਨਾਂ ਜਿਹਦੇ ਅੰਦਾਜ਼ੇ ਲਾਏ ਜਾ ਰਹੇ ਨੇ ਉਹ ਪਹਿਲਾਂ ਵੀ ਹੋ ਚੁੱਕੀਆਂ ਵਾਂ। ਤੁਹਾਨੂੰ ਯਾਦ ਹੋਊਗਾ ਕਿ 1971 ਦੇ ਵਿੱਚ 4 ਸਾਲਾਂ ਬਾਅਦ ਹੀ ਇਲੈਕਸ਼ਨ ਜਿਹੜੀ ਸੀ ਉਹ ਕਾਲ ਆਊਟ ਹੋ ਗਈ ਸੀ। ਹਾਲਾਂਕਿ 1967 'ਚ ਪਹਿਲਾਂ ਇਲੈਕਸ਼ਨ ਹੋਈ ਸੀ, ਤਾਂ ਇਲੈਕਸ਼ਨ 1972 'ਚ ਹੋਣੀ ਚਾਹੀਦੀ ਸੀ, ਲੇਕਿਨ 1971 4 ਸਾਲਾਂ ਬਾਅਦ ਇਲੈਕਸ਼ਨ ਹੋ ਗਈ। ਇਸੇ ਤਰ੍ਹਾਂ 1977 ਦੇ ਵਿੱਚ 75 'ਚ ਐਮਰਜੈਂਸੀ ਲੱਗੀ ਸੀ, 1977 'ਚ ਐਮਰਜੈਂਸੀ ਖਤਮ ਹੋਈ, ਜਨਤਾ ਪਾਰਟੀ ਦੀ ਸਰਕਾਰ ਬਣੀ, ਲੇਕਿਨ ਉਹ ਸਰਕਾਰ ਗਿਰ ਗਈ ਸੀ। ਸੋ 1980 ਦੇ ਵਿੱਚ 3 ਸਾਲਾਂ ਬਾਅਦ ਹੀ ਇਲੈਕਸ਼ਨ ਦੁਬਾਰਾ ਕਰਵਾਉਣੀ ਪਈ ਸੀ, ਔਰ ਉਹਦੇ 'ਚ ਕਾਂਗਰਸ ਨੇ ਬੜੀ ਵਧੀਆ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇੰਦਰਾ ਗਾਂਧੀ ਦੁਬਾਰਾ ਪ੍ਰਧਾਨ ਮੰਤਰੀ 1980 'ਚ ਬਣ ਗਏ ਸੀ। ਫਿਰ 1984 ਦੇ ਵਿੱਚ ਜੋ ਪੰਜਾਬ ਦੇ ਵਿੱਚ ਸਥਿਤੀ ਬਣੀ, ਉਹਦਾ ਸ਼ਾਇਦ ਫਾਇਦਾ ਉਠਾਉਣ ਲਈ ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਹੱਤਿਆ ਹੋ ਗਈ, ਔਰ ਉਸ ਵੇਲੇ ਇੱਕ ਮਾਹੌਲ ਸੀਗਾ ਪੰਜਾਬ ਦੇ ਵਿੱਚ, ਮੁਲਕ ਦੇ ਵਿੱਚ, ਉਹਦਾ ਫਾਇਦਾ ਉਠਾਉਣ ਵਾਸਤੇ ਉਦੋਂ ਕਾਂਗਰਸ ਸਰਕਾਰ ਨੇ 1984 ਦੇ ਵਿੱਚ ਇਲੈਕਸ਼ਨਾਂ ਕਰਾਈਆਂ ਸੀ, ਔਰ ਉਦੋਂ 4 ਸਾਲ ਬਾਅਦ ਹੀ ਇਲੈਕਸ਼ਨ ਹੋ ਗਈ ਸੀ। ਫਿਰ 1991 ਦੇ ਵਿੱਚ 89 'ਚ ਇਲੈਕਸ਼ਨਾਂ ਹੋਈਆਂ, ਸੋ 1991 ਦੇ ਵਿੱਚ ਇਲੈਕਸ਼ਨਾਂ ਦੂਰ ਨਹੀਂ ਸੀ, 2 ਸਾਲ ਬਾਅਦ ਹੀ ਦੁਬਾਰਾ ਇਲੈਕਸ਼ਨਾਂ ਹੋ ਗਈਆਂ। ਫਿਰ 1998 ਦੇ ਵਿੱਚ 96 ਤੋਂ ਬਾਅਦ 1998 ਦੇ ਵਿੱਚ ਫਿਰ 2 ਸਾਲ ਬਾਅਦ ਇਲੈਕਸ਼ਨ ਹੋ ਗਈ, ਲੇਕਿਨ 98 ਦੀ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਹ ਵੀ ਸਰਕਾਰ ਚੱਲ ਨਹੀਂ ਸਕੀ। ਉਦੋਂ ਕੋਲੀਸ਼ਨ ਗਵਰਨਮੈਂਟਸ ਦਾ ਦੌਰ ਆਇਆ ਸੀ, ਔਰ 1999 ਦੇ ਵਿੱਚ ਫਿਰ 1 ਸਾਲ ਬਾਅਦ ਹੀ ਦੁਬਾਰਾ ਇਲੈਕਸ਼ਨਾਂ ਹੋਈਆਂ। ਪਰ ਉਸ ਤੋਂ ਬਾਅਦ ਫਿਰ ਹੁਣ 5-5 ਸਾਲ ਦੀ ਲਗਾਤਾਰ ਟਰਮ ਬਰਕਰਾਰ ਰਹੀ ਆ, ਔਰ ਜੇ ਹੁਣ ਚੋਣਾਂ ਇਸ ਤਰ੍ਹਾਂ ਹੁੰਦੀਆਂ ਵਾ ਤਾਂ ਇਹਦਾ ਮਤਲਬ ਹੈ ਕਿ ਸਮੇਂ ਤੋਂ ਪਹਿਲਾਂ ਚੋਣਾਂ ਕਰਾਈਆਂ, ਤਾਂ ਇਹਦਾ ਮਤਲਬ ਹੈ ਕਿ ਫਿਰ ਦੁਬਾਰਾ ਨਵੀਂ ਜਿਹੜੀ ਪ੍ਰੀਤ ਹੈ ਉਹ ਸ਼ੁਰੂ ਹੋਵੇਗੀ। ਮੀਨਵਾਈਲ ਸਤਨਾਮ ਸਿੰਘ ਧਾਮੀ ਦਾ ਕਮੈਂਟ ਫੇਸਬੁੱਕ ਦੇ ਉੱਪਰ ਆਇਆ ਵਾ। ਉਹ ਕਹਿ ਰਹੇ ਨੇ ਭਾਰਤ ਤੇ ਅਮਰੀਕਾ ਦੋਵਾਂ ਦਾ ਇਲੈਕਸ਼ਨ ਸਿਸਟਮ ਕੰਪੇਅਰ ਨਹੀਂ ਹੋ ਸਕਦਾ। ਇੱਕ ਥਾਂ ਤੇ ਪ੍ਰੈਜ਼ੀਡੈਂਸ਼ੀਅਲ ਸਿਸਟਮ ਆ, ਉੱਥੇ ਆਪਣੀ ਟਰਮ ਤੋਂ ਪਹਿਲਾਂ ਸਰਕਾਰ ਨਹੀਂ ਗਿਰਦੀ। ਜਸਵਿੰਦਰ ਸਿੰਘ ਕਹਿ ਰਹੇ ਨੇ ਪੰਚਾਇਤੀ ਚੋਣਾਂ ਦਾ ਕੀ ਬਣਿਆ, ਕਦੋਂ ਹੋ ਸਕਦੀਆਂ ਨੇ? ਮੇਰੇ ਖਿਆਲ ਦਸੰਬਰ 'ਚ ਹੋਣੀਆਂ ਹੀ ਹੈ ਜੀ, ਕਿਉਂਕਿ ਜਨਵਰੀ ਦੇ ਵਿੱਚ ਤੱਕ ਹੀ ਟੈਨਿਓਰ ਹੈ ਪੰਚਾਇਤਾਂ ਦੀ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸ਼ੇਰਗਿੱਲ ਬੋਲਦਾ ਜੀ। ਸ਼ੇਰਗਿੱਲ ਜੀ ਸਾਹਿਬ, ਹਾਂਜੀ, ਇੱਕ ਤੁਸੀਂ ਦਿਓਗੇ ਇਨਫੋਰਮੇਸ਼ਨ ਮੈਨੂੰ, ਜੇ ਫਰਜ਼ ਕੀਤਾ ਚੋਣਾਂ ਅਰਲੀ ਹੋ ਜਾਂਦੀਆਂ ਰਾਈਟ ਦਸੰਬਰ 'ਚ ਹੋ ਜਾਂਦੀਆਂ 4-5, ਇਹ ਜਿਹੜਾ ਆਪ ਟੇਕ ਓਵਰ ਕਰਨਾ ਹੁੰਦਾ ਹੈ ਉਹ ਰਾਈਟ ਦਾ ਵੇ ਹੋ ਜੂਗਾ, ਜਿਵੇਂ ਰੈਗੂਲਰ 5 ਸਾਲ ਪੂਰੇ ਬਾਅਦ ਤੋਂ ਹੀ ਹੋਊਗਾ? ਕਾਹਦਾ ਜੀ? ਕੀ ਜਾਣਕਾਰੀ ਵੀ ਜੇ ਚੋਣਾਂ ਅਰਲੀ ਹੋ ਜਾਂਦੀਆਂ, ਫਰਜ਼ ਕੀਤਾ ਚੋਣਾਂ ਜੇ ਦਸੰਬਰ 'ਚ ਹੋ ਜਾਂਦੀਆਂ ਮਈ ਦੀ ਬਜਾਏ, ਹਾਂਜੀ, ਤੇ ਫਿਰ ਜਿਹੜਾ ਆਫਿਸ ਟੇਕ ਓਵਰ ਕਰਨਾ ਹੁੰਦਾ ਅਫੀਸ਼ੀਅਲੀ, ਵੀ ਉਹ ਸਰਕਾਰ ਫਿਰ ਟੇਕ ਓਵਰ ਰਾਈਟ ਦਾ ਵੇ ਕਰੂ? ਰਾਈਟ ਵੇ ਜੀ, ਜਦੋਂ ਰਿਜ਼ਲਟ ਆਉਣਗੇ ਉਸ ਤੋਂ ਬਾਅਦ ਸਰਕਾਰ ਟੇਕ ਓਵਰ ਕਰ ਲੈਂਦੀ। ਫਿਰ ਹਾਂਜੀ, ਫਿਰ ਤਾਂ ਇਹਦਾ ਮਤਲਬ ਇਹੀ ਹੋ ਗਿਆ ਨਾ ਵੀ ਇਹਨਾਂ 'ਚ ਵੀ ਜਿਹੜੀ ਇਹ ਆ ਗਈ ਸਵਾਰ ਹੋ ਗਈ ਭੂਤ, ਜਿਵੇਂ ਪੰਜਾਬ ਸਰਕਾਰ ਨੇ ਪੰਚਾਇਤਾਂ ਭੰਗ ਕਰਤੀਆਂ ਸੀ, ਹੁਣ ਪਿੱਛੇ ਹੋ ਗਏ, ਤੇ ਇਹ ਵੀ ਫਿਰ ਇੱਕ ਕਿਸਮ ਦਾ 4 ਮਹੀਨੇ ਪਹਿਲਾਂ ਹੀ ਸਰਕਾਰ ਭੰਗ ਕਰਨ ਵਾਲੀ ਗੱਲ ਹੀ ਹੋ ਗਈ। ਹਾਂ, ਪਰ ਇਹਦੀ ਦੇਖੋ ਪੰਚਾਇਤਾਂ ਦੇ ਅੱਗੇ ਸਮੇਂ ਤੋਂ ਪਹਿਲਾਂ ਭੰਗ ਨਹੀਂ ਹੋਈਆਂ, ਕਿਉਂਕਿ ਪੰਚਾਇਤੀ ਜਿਹੜਾ ਐਕਟ ਆ ਉਹਦੇ 'ਚ ਪਹਿਲਾਂ ਭੰਗ ਨਹੀਂ ਹੋ ਸਕਦੀਆਂ। ਉਸ ਐਕਟ ਦੇ ਵਿੱਚ ਬੜਾ ਕਲੀਅਰ ਆ
ਕਿ ਜੇ 5 ਸਾਲ ਤੋਂ ਪਹਿਲਾਂ ਪੰਚਾਇਤਾਂ ਭੰਗ ਹੁੰਦੀਆਂ ਵਾ ਤੇ ਜਿੰਨਾ ਸਮਾਂ ਰਹਿ ਗਿਆ ਵਾ ਸਿਰਫ ਉਨੇ ਸਮੇਂ ਵਾਸਤੇ ਦੁਬਾਰਾ ਚੋਣਾਂ ਹੋਣਗੀਆਂ। ਸੋ ਉਹ ਤੇ ਪੰਚਾਇਤੀ ਐਕਟ ਦੇ ਵਿੱਚ ਉਹਦੀ ਪ੍ਰੋਵੀਜ਼ਨ ਹੈ, ਲੇਕਿਨ ਜਿਹੜੀਆਂ ਲੋਕ ਸਭਾ ਚੋਣਾਂ ਵਾ ਉਹਦੇ 'ਚ ਇਹੋ ਜਿਹੀ ਪ੍ਰੋਵੀਜ਼ਨ ਹੈ ਨਹੀਂ ਗੀ। ਔਰ ਸਰਕਾਰਾਂ, ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਘੱਟੋ ਘੱਟ 6 ਵਾਰੀ ਪਹਿਲਾਂ ਸਮੇਂ ਤੋਂ ਪਹਿਲਾਂ ਚੋਣਾਂ ਹੋਈਆਂ ਵਾ। ਹਾਂਜੀ, ਤੇ ਫਿਰ ਇਹਦੇ ਚ ਕਿਹੜੇ ਹਿਸਾਬ ਨਾਲ ਪੈਸੇ ਬਚਦੇ ਆ? ਇਹਦਾ ਮਤਲਬ ਪਹਿਲਾਂ ਹੀ ਸਰਕਾਰ ਨੂੰ ਭੰਗ ਕਰ ਦਿਓ, ਜੇ ਦੂਜੀ ਪਾਰਟੀ ਜਿੱਤ ਗਈ ਉਹ ਆ ਜੂ ਤੇ ਉਹਦਾ ਟੈਨਿਓਰ ਨਹੀਂ, ਸਮੇਂ ਤੋਂ ਪਹਿਲਾਂ ਦੇ ਵਿੱਚ ਪੈਸੇ ਨਹੀਂ ਬਚਦੇ, ਲੇਕਿਨ ਜੇ ਵਨ ਨੇਸ਼ਨ ਵਨ ਪੋਲ ਹੁੰਦੀ ਆ ਉਹਦੇ 'ਚ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਵੀ ਕਿਉਂਕਿ ਹੁੰਦਾ ਕੀ ਆ ਕਿ ਪਹਿਲਾਂ ਲੋਕ ਸਭਾ ਚੋਣਾਂ ਹੋਈਆਂ, ਫਿਰ ਉਸ ਤੋਂ ਬਾਅਦ 4 ਸਟੇਟਾਂ ਦੀਆਂ ਚੋਣਾਂ ਹੋਈਆਂ, ਫਿਰ 5 ਦੀਆਂ ਹੋਈਆਂ, ਫਿਰ 8 ਦੀਆਂ ਹੋਈਆਂ, ਕਦੀ ਇੱਕ ਸਾਲ 'ਚ 5 ਸਟੇਟਾਂ ਦੀਆਂ ਜਾਂ 1 ਸਾਲ ਦੇ 10 ਸਟੇਟਾਂ ਦੀਆਂ ਚੋਣਾਂ। ਉਹ ਦੁਬਾਰਾ ਜਿਹੜੀ ਸਾਰੀ ਮਸ਼ੀਨਰੀ ਆ ਉਹ ਐਕਟੀਵੇਟ ਹੁੰਦੀ ਆ। ਜੇ ਇਕੱਠੀਆਂ ਚੋਣਾਂ ਹੋ ਜਾਣ ਤੇ ਜਦੋਂ ਤੁਸੀਂ ਲੋਕ ਸਭਾ ਚੋਣ ਦੀ ਵੋਟ ਪਾਉਣ ਜਾਣਾ ਵਾ ਤੇ ਉੱਥੇ ਹੀ ਬੈਲਟ ਬਾਕਸ ਦੇ ਵਿੱਚ ਹੋਊ ਵੀ ਆਹ ਲੋਕ ਸਭਾ ਦਾ ਬਕਸਾ ਵਾ, ਆਹ ਵਿਧਾਨ ਸਭਾ ਦਾ ਬਕਸਾ ਵਾ। ਸੋ ਇਕੱਠੇ ਹੀ ਇਲੈਕਸ਼ਨ ਹੋ ਜੂਗੀ। ਸੋ ਕਾਫੀ ਖਰਚ ਜਿਹੜਾ ਪੈਰਾਮਿਲਟਰੀ ਫੋਰਸਿਸ ਨੂੰ ਇੱਧਰ ਉੱਧਰੋਂ ਮੂਵ ਕਰਨਾ ਹੁੰਦਾ ਉਹ ਖਰਚਾ ਬਚ ਜੂ ਜੀ। ਠੀਕ ਹੈ ਜੀ, ਬਸ ਥੈਂਕ ਯੂ ਸੰਧੂ ਸਾਹਿਬ। ਮਿਹਰਬਾਨੀ। ਇਹ ਸ਼ੇਰ ਸਿੰਘ ਗਿੱਲ ਦੁਬਾਰਾ ਕੋਈ ਕਲੈਰੀਫਿਕੇਸ਼ਨ ਲੈਣ ਵਾਸਤੇ ਆਇਆ ਸੀ। ਗੁਰਸੇਵਕ ਸਿੰਘ ਮਾਨ ਦਾ ਕਮੈਂਟ ਆਇਆ ਕਿ ਜੇ ਇਹ ਇੱਕ ਵਾਰ ਸੰਭਵ ਨਾ ਹੋ ਸਕਣ ਤਾਂ 2.5 ਸਾਲ ਬਾਅਦ ਕਰਵਾ ਲਿਆ ਕਰੇ, ਇਸ ਦਾ ਫਾਇਦਾ ਤਾਂ ਹੈ। 2.5 ਸਾਲ ਬਾਅਦ ਕਰਵਾ ਲਿਆ ਕਰੇ ਮਤਲਬ ਤੁਹਾਡਾ ਮਤਲਬ ਵੀ ਹਰ 2.5 ਸਾਲ ਬਾਅਦ ਚੋਣਾਂ ਹੋ ਜਾਣ। ਗੁਰਸੇਵਕ ਸਿੰਘ ਮਾਨ ਜੀ, ਉਹ ਤੇ ਫਿਰ ਸਰਕਾਰ ਨਹੀਂ ਉਹਦੇ ਨਾਲ ਸਹੀ ਚੱਲ ਸਕੂਗੀ, ਕਿਉਂਕਿ ਕਿਸੇ ਸਰਕਾਰ ਨੂੰ ਇੱਕ ਸਥਿਰਤਾ ਲਿਆਉਣ ਵਾਸਤੇ ਘੱਟੋ ਘੱਟ 4 ਸਾਲ, ਜਿਵੇਂ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਇੱਥੇ 4 ਸਾਲ ਦੀ ਟੈਨਿਓਰ ਹੁੰਦੀ ਹੈ, ਇੰਡੀਆ 'ਚ 5 ਸਾਲ ਦੀ ਟੈਨਿਓਰ ਆ। ਮੇਰਾ ਖਿਆਲ ਆ ਇੰਗਲੈਂਡ ਦੇ ਵਿੱਚ ਵੀ, ਕਿਉਂਕਿ ਉਹ ਵੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੀ ਫੋਲੋ ਕਰਦੇ, ਜਿਹੜਾ ਇੰਡੀਆ ਫੋਲੋ ਕਰਦਾ, ਉੱਥੇ ਵੀ 5 ਸਾਲ ਦੀ ਟੈਨਿਓਰ ਆ। 2.5 ਸਾਲ ਦੀ ਟੈਨਿਓਰ ਤੇ ਬਹੁਤ ਥੋੜ੍ਹੀ ਹੋਊਗੀ। ਘੱਟੋ ਘੱਟ 4, ਮੇਰੇ ਹਿਸਾਬ ਨਾਲ 5 ਸਾਲ ਦੀ ਟੈਨਿਓਰ ਜਿਹੜੀ ਆ ਉਹ ਇੱਕ ਚੰਗੀ ਗੱਲ ਹੈ। ਮੈਂ ਫਿਰ ਦੱਸ ਦੇਵਾਂ ਕਿ ਅਸੀਂ ਅੱਜ ਵਿਚਾਰ ਚਰਚਾ ਕਰ ਰਹੇ ਹਾਂ। ਜਿਹੜਾ ਇੱਕ ਸਪੈਸ਼ਲ ਸੈਸ਼ਨ ਸੱਦਿਆ ਗਿਆ ਵਾ 18 ਸਤੰਬਰ ਤੋਂ। ਸਰਕਾਰ ਨੇ ਇੱਕਦਮ ਫੈਸਲਾ ਲਿਆ ਕਿ 18 ਸਤੰਬਰ ਤੋਂ 5 ਰੋਜ਼ਾ ਦਾ ਸਪੈਸ਼ਲ ਸੈਸ਼ਨ ਸੱਦਿਆ ਜਾਊਗਾ। ਔਰ ਉਹ ਜਿਹੜੀ ਨਵਾਂ ਸੰਸਦ ਭਵਨ ਬਣਿਆ ਵਾ, ਬਹੁਤ ਪੈਸਾ ਖਰਚ ਹੋਇਆ ਉਹਦੇ 'ਤੇ, ਉਸ ਨਵੇਂ ਸੰਸਦ ਭਵਨ ਦੇ ਵਿੱਚ ਇਹ ਨਵਾਂ ਸੈਸ਼ਨ ਹੋਊਗਾ। ਇਹ ਵੀ ਅੰਦਾਜ਼ੇ ਲੱਗ ਰਹੇ ਨੇ। ਔਰ ਇਹਦੇ 'ਚ ਏਜੰਡਾ ਕੀ ਹੋਊਗਾ ਇਹਦੇ ਬਾਰੇ ਹਾਲੇ ਤੱਕ ਕੋਈ ਕਲੈਰਿਟੀ ਨਹੀਂ। ਮੇਰਾ ਆਪਣਾ ਮੰਨਣਾ ਵਾ ਕਿ ਜਿਵੇਂ ਸਾਡੇ ਕੁਝ ਕਾਲਰਸ ਨੇ ਕਿਹਾ ਵਾ ਕਿ ਜਦੋਂ ਵੀ ਇਸ ਤਰ੍ਹਾਂ ਦਾ ਸਪੈਸ਼ਲ ਸੈਸ਼ਨ ਸੱਦਣਾ ਹੋਵੇ ਤੇ ਵਿਰੋਧੀ ਧਿਰਾਂ ਨੂੰ, ਬਾਕੀ ਪਾਰਟੀਆਂ ਨੂੰ ਕੌਨਫੀਡੈਂਸ ਦੇ ਵਿੱਚ ਜ਼ਰੂਰ ਲੈਣਾ ਬਣਦਾ ਵਾ, ਕਿਉਂਕਿ ਸੈਸ਼ਨ ਸਰਕਾਰ ਦਾ ਸੈਸ਼ਨ ਨਹੀਂ ਹੁੰਦਾ। ਸਰਕਾਰ ਮੁਲਕ ਦਾ ਸੈਸ਼ਨ ਹੈ, ਸਾਰੀਆਂ ਪਾਰਟੀਆਂ ਦੇ ਸੈਸ਼ਨ ਹੁੰਦਾ ਵਾ। ਔਰ ਸਾਰੀਆਂ ਪਾਰਟੀਆਂ ਦੀ ਰਾਏ ਜਿਹੜੀ ਆ ਉਹ ਬਣਾਉਣੀ ਬਹੁਤ ਜ਼ਰੂਰੀ ਆ। ਔਰ ਮੇਰਾ ਇਹ ਵੀ ਮੰਨਣਾ ਵਾ ਕਿ ਜਿਹੜਾ ਇੱਕ ਚੋਣ ਇੱਕ ਪੋਲ, ਇੱਕ ਨੇਸ਼ਨ ਇੱਕ ਪੋਲ ਵਾਲਾ ਜਿਹੜਾ ਸਿਸਟਮ ਆ ਉਹਦੇ ਬਾਰੇ ਹਾਲੀ ਵਾਈਡਰ ਡਿਸਕਸ਼ਨਸ ਦੀ ਲੋੜ ਆ। ਔਰ ਇੱਕ ਸਮਾਂ ਮਿੱਥਿਆ ਜਾਵੇ ਵੀ ਇਸ ਸਾਲ ਤੋਂ ਬਾਅਦ ਇੱਕ ਨੇਸ਼ਨ ਤੇ ਇੱਕ ਪੋਲ ਹੋਊਗੀ। ਲੇਕਿਨ ਇਸ ਵੇਲੇ ਜੇ ਇੱਕਦਮ ਇਹੋ ਜਿਹੀ ਚੀਜ਼ ਲਿਆਂਦੀ ਗਈ ਤੇ ਇੰਝ ਲੱਗਣਾ ਵਾ ਕਿ ਕੁਝ ਸਟੇਟਾਂ ਦੇ ਵਿੱਚ, ਜਿਵੇਂ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ, ਜਿੱਥੇ 2020 ਜਾਂ 2022 ਦੇ ਵਿੱਚ ਨਵੀਆਂ ਸਰਕਾਰਾਂ ਬਣੀਆਂ ਵਾ, ਕਿ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨਾਲ ਧੱਕਾ ਹੋ ਰਿਹਾ ਵਾ। ਜਿਵੇਂ ਕੁਝ ਲੋਕਾਂ ਨੇ ਕਿਹਾ ਕਿ ਇਹ ਲੋਕਤੰਤਰ ਦਾ ਕਤਲ ਹੋ ਰਿਹਾ ਵਾ। ਸੋ ਉਹ ਓਬਵੀਅਸਲੀ ਉਹ ਰੌਲਾ ਪਾਉਣਗੇ। ਸੋ ਜਾਂ ਤਾਂ ਪਹਿਲਾਂ ਅਨਾਊਂਸ ਕਰ ਦਿਓ ਕਿ 2030 ਤੋਂ ਬਾਅਦ ਜਿਹੜੀਆਂ ਚੋਣਾਂ ਹੋਣਗੀਆਂ ਉਹ ਇਕੱਠੀਆਂ ਚੋਣਾਂ ਹੋਣਗੀਆਂ। ਔਰ ਬੜੀ ਕਲੈਰਿਟੀ ਚਾਹੀਦੀ ਆ ਕਿ ਜੇ ਕੋਈ ਸਟੇਟ ਗਵਰਨਮੈਂਟ ਪਹਿਲਾਂ ਸਮੇਂ ਤੋਂ ਪਹਿਲਾਂ ਡਿੱਗ ਜਾਂਦੀ ਆ ਤੇ ਫਿਰ ਅਗਲੀ ਸਰਕਾਰ ਜਿਹੜੀ ਆ ਉਹ ਜੇ ਤੇ 2.5 ਸਾਲ ਰਹਿ ਗਏ ਤੇ ਫਿਰ ਤੇ 2.5 ਸਾਲ ਵਾਸਤੇ ਹੀ ਚੋਣਾਂ ਹੋਣਗੀਆਂ। ਜੇ 2.5 ਸਾਲ ਤੋਂ ਸਮਾਂ ਘੱਟ ਹੈ ਤੇ ਫਿਰ ਉੱਥੇ ਰਾਸ਼ਟਰਪਤੀ ਰਾਜ ਹੀ ਲੱਗਾ ਰਹੂਗਾ। ਸੋ ਇੱਦਾਂ ਦੀ ਕਲੈਰਿਟੀ ਜਿਹੜੀ ਆ ਬੜੀ ਜ਼ਰੂਰੀ ਹੈ। ਗੁਰਸੇਵਕ ਸਿੰਘ ਮਾਨ ਕਹਿ ਰਹੇ ਨੇ ਅੱਧੀਆਂ ਸਟੇਟਾਂ ਦੀਆਂ ਇੱਕ ਵਾਰ ਤੇ ਅੱਧੀਆਂ ਸਟੇਟਾਂ ਦੀਆਂ ਇੱਕ ਵਾਰ। ਇਹ ਉਹਨਾਂ ਦਾ ਮਤਲਬ ਹੈ ਵੀ 2.5 ਸਾਲ ਬਾਅਦ ਚੋਣਾਂ। ਇਹ ਵੀ ਅੱਛਾ ਗੁਰਸੇਵਕ ਸਿੰਘ ਮਾਨ ਜੀ, ਇਹ ਤੁਹਾਡਾ ਚੰਗਾ ਵਿਚਾਰ ਚੰਗਾ ਵਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ। ਜਗਦੇਵ ਸਿੰਘ ਬੋਲਦਾ ਜੀ, ਕੈਲਗਰੀ ਤੋਂ। ਜੀ ਜਗਦੇਵ ਜੀ। ਹਾਂਜੀ, ਡੈਮੋਕ੍ਰੇਸੀ ਦਾ ਇਦਾਂ ਵੀ ਨਵਾਣਾ ਵੱਲ ਨੂੰ ਜਾ ਰਹੀ ਹੈ, ਕੋਈ ਆਪਾਂ ਨੂੰ ਪੋਜ਼ਿਟਿਵ ਸਾਈਨ ਨਹੀਂ ਮੰਨ ਸਕਦੇ। ਓਕੇ, ਹੁਣ ਚਲੋ ਜਿਹੜੀਆਂ ਪਾਰਟੀਆਂ ਇਕੱਠੀਆਂ ਹੋਈਆਂ, ਇੱਕ ਦਾ ਏਜੰਡਾ ਉਹਨਾਂ ਦਾ ਇਹੀ ਹੈ ਵੀ ਸਰਕਾਰ ਨੂੰ ਵੱਧ ਤੋਂ ਵੱਧ ਜੋ ਆਪਣੇ 4 ਸੀਟਾਂ ਜਿੱਤ ਸਕਣ ਵਾਧੂ ਤੌਰ ਤੇ। ਪਰ ਉਹਨਾਂ ਦਾ ਵੀ ਕੋਈ ਕਾਮਨ ਮਿਨੀਮਮ ਪ੍ਰੋਗਰਾਮ ਚਾਹੀਦਾ ਹੀ ਹੈ ਘੱਟੋ ਘੱਟ, ਜਿਸ ਤੇ ਉਹ ਕਾਰਨ ਕੋਈ ਫਾਈਨਾਂਸ ਬਾਰੇ ਦੱਸਣ ਜਾਂ ਕੋਈ ਹੋਰ ਬਾਰੇ ਦੱਸਣ। ਏਦਾਂ ਕੋਈ ਸੀਟਾਂ ਦੀ ਵੰਡ ਵੁੰਡ ਤੋਂ ਰੌਲਾ ਪੈ ਕੇ ਸੋ ਵਿਰੋਧੀ ਧਿਰਾਂ ਦੇ ਵਿੱਚ ਵੀ ਕਲੈਰਿਟੀ ਹੈ ਨਹੀਂ ਜੀ। ਹਾਂਜੀ, ਜਦੋਂ ਹੁਣ ਤੂੰ ਦੱਸੋ ਉੱਥੇ ਲੋਕਾਂ ਦਾ ਵੀ ਇਹ ਹਾਲ ਆ ਤੇ ਪੋਲੀਟੀਸ਼ੀਅਨ ਇੱਕ ਰਾਜ ਚ ਪਾਰਟੀ ਵੱਲ ਕੇ ਦੂਜੀ ਪਾਰਟੀ ਟਾਈਟ ਲੈ ਜਾਂਦਾ, ਉਹ ਫੇਰ ਜਿੱਤ ਜਾਂਦਾ ਆ।
ਤੇ ਫਿਰ ਦੇਖੋ ਪਾਰਟੀ ਦਾ ਆਪਣੇ ਸਟੈਂਡ ਕੀ ਆ ਜਾਂ ਲੀਡਰ ਦਾ ਸਟੈਂਡ ਕੀ ਆ, ਤੇ ਲੋਕਾਂ ਦਾ ਵੀ ਵੋਟਾਂ ਪਾਉਣ ਵਾਲੇ ਵੀ ਠੱਗੇ ਜਿਹੇ ਮਹਿਸੂਸ ਕਰਦੇ ਆ, ਪਰ ਉਹਨੂੰ ਕੋਈ ਚੁਆਇਸ ਵੀ ਨਹੀਂ ਹੁੰਦੀ, ਉਹ ਕਰਨ ਵੀ ਕੀ ਸ਼ੋਰ ਸਾਰਾ ਕੁਝ ਰੌਲਾ ਝੋਲਾ ਥੈਂਕ ਯੂ। ਕਿਸੇ ਦਿਨ ਆਪਾਂ ਇਹਦੇ ਤੇ ਵਿਚਾਰ ਚਰਚਾ ਕਰਾਂਗੇ ਕਿ ਡੈਮੋਕ੍ਰੇਸੀ ਦੀ ਕੀ ਖਾਮੀਆਂ ਵਾ ਤੇ ਉਹਦੇ ਤੇ ਕਿਵੇਂ ਲੋਕਤੰਤਰ ਜਿਹੜਾ ਵਾ ਉਹਦੇ ਵਿੱਚ ਬਿਹਤਰੀ ਆ ਸਕਦੀ। ਮਿਹਰਬਾਨੀ ਭਾਈ ਸਾਹਿਬ। ਮੀਨਵਾਈਲ ਜੋ ਗੁਰਸੇਵਕ ਸਿੰਘ ਮਾਨ ਨੂੰ ਮੈਂ ਮਿਸਅੰਡਰਸਟੈਂਡ ਕੀਤਾ ਸੀ, ਬਹੁਤ ਅੱਛਾ ਉਹਨਾਂ ਦਾ ਕਮੈਂਟ ਆ ਕਿ ਜਿਵੇਂ ਹੁਣ ਲੋਕ ਸਭਾ ਦੀ ਚੋਣਾਂ ਵਾ ਜਿਹੜੀਆਂ 10 ਸਟੇਟਾਂ ਦੀਆਂ ਚੋਣਾਂ ਹੁਣ ਜਾਂ ਅਗਲੇ ਸਾਲ ਹੋਣੀਆਂ ਸੀ, ਉਹ ਨਾਲ ਹੀ ਲੋਕ ਸਭਾ ਦੇ ਹੋ ਜਾਣ ਤੇ ਬਾਕੀ ਜਿਹੜੀਆਂ ਸਟੇਟਾਂ ਵਾ ਉਹਨਾਂ ਦੀਆਂ ਚੋਣਾਂ ਫਿਰ 2.5 ਸਾਲ ਬਾਅਦ ਇਕੱਠੀਆਂ ਹੋ ਜਾਣ। ਉਹਦੇ 'ਚ ਕਿਸੇ ਦੀ ਟਰਮ 6 ਮਹੀਨੇ ਵਧਾਉਣੀ ਪਊ, ਕਿਸੇ ਦੀ 6 ਮਹੀਨੇ ਕੱਟੂਗੀ। ਮੇਰੇ ਖਿਆਲ ਇਹ ਅੱਛਾ ਵਿਚਾਰ ਆ ਜੋ ਗੁਰਸੇਵਕ ਸਿੰਘ ਮਾਨ ਦਾ ਆਇਆ ਵਾ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਕਿ ਅਮਰੀਕਾ 'ਚ ਹਾਊਸ ਆਫ ਰੈਪਰੈਜ਼ੈਂਟੇਟਿਵ ਜਿਹੜਾ ਵਾ ਉਹ ਲੋਕ ਸਭਾ ਦੇ ਬਰਾਬਰ ਆ, ਉਹ ਹਰ 2 ਸਾਲ ਬਾਅਦ ਚੁਣਿਆ ਜਾਂਦਾ, ਪਰ ਡਿਫਰੈਂਟ ਸਿਸਟਮ ਹੈ ਜੀ ਤੁਹਾਡੇ ਸਤਨਾਮ ਸਿੰਘ ਜੀ। ਪਾਲੀ ਗਿੱਦਰਬਾ ਕਹਿ ਰਹੇ ਨੇ ਇਹ ਮੇਰੇ ਦੇਸ਼ ਹੁਣ ਜਦੋਂ ਤੇਰੇ ਬਾਰੇ ਸੋਚੀਏ ਤਾਂ ਇੰਜ ਲੱਗਦਾ ਵਾ ਜਿਵੇਂ ਕਿ ਸਊ ਜਿਹੀ ਧੀ ਹੋਵੇ ਕਿਸੇ ਬੇਸ਼ਰਮ ਵੈਲੀ ਦੀ। ਪਾਸ਼ ਦੀ ਉਹਨਾਂ ਨੇ ਗੱਲ ਸਾਡੇ ਨਾਲ ਸ਼ੇਅਰ ਕੀਤੀ ਆ, ਇਹ ਮੇਰੇ ਦੇਸ਼ ਹੁਣ ਜਦੋਂ ਤੇਰੇ ਬਾਰੇ ਸੋਚੀਏ ਤਾਂ ਇੰਜ ਲੱਗਦਾ ਵਾ ਜਿਵੇਂ ਤੂੰ ਸਾਈ ਜਿਹੀ ਧੀ ਹੋਵੇਂ ਕਿਸੇ ਬੇਸ਼ਰਮ ਵੈਲੀ ਦੀ। ਇਹ ਪਾਸ਼ ਉਹਨਾਂ ਦੀ ਉਹਨਾਂ ਨੇ ਜਿਹੜੀਆਂ ਕਵਿਤਾ ਵਾ ਉਹ ਸ਼ੇਅਰ ਸਾਡੇ ਨਾਲ ਕੀਤੀ ਹੈ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿ ਤੁਸੀਂ ਅੱਜ ਦੀ ਡਿਸਕਸ਼ਨ 'ਚ ਹਿੱਸਾ ਲਿਆ। ਬਹੁਤ ਅਹਿਮ ਮਸਲਾ ਵਾ। ਮੈਂ ਹੁਣ ਲੈ ਰਿਹਾ ਇਜਾਜ਼ਤ। ਵੀਕਐਂਡ ਆ, ਵੀਕਐਂਡ ਇੰਜੋਏ ਕਰੋ, ਫਿਰ ਅਗਲੇ ਹਫਤੇ ਫਿਰ ਮਿਲਾਂਗੇ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।